देश दुनिया च वसदे पंजाबियां नूं जी आया। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सीनियर जर्नलिस्ट अरजीत भास्कर जी और इंद्रप्रीत जी, दोनों नूं जी आया। बहुत बहुत शुक्रिया रंधावा जी। साਰਿਆਂ ਨੂੰ ਸਤਿ ਸ਼੍ਰੀ ਅਕਾਲ जी। राती दो चंद चढ़े, ठा ठा होई। एक तां केजरीवाल साहब कोल ताकतां मुड़ के खोह लीआं गईआं। हुण ਇਹ सवाल ਵੱਡਾ ਹੈ ਕਿ ਆਖਰ ਜੁਮਾ 2 ਦਿਨ ਪਹਿਲਾਂ ਹੀ ਤਾਂ ਸੁਪਰੀਮ ਕੋਰਟ ਨੇ ਤਾਕਤਾਂ ਦਿੱਤੀਆਂ ਸੀ, ਅਧਿਕਾਰ ਤੈਅ ਕੀਤੇ ਸੀ। ਆਖਰ ਕਿਉਂ ਕੇਂਦਰ ਨੇ ਇੰਨੀ ਕਾਹਲ ਵਿਖਾਈ? ਇਹ ਬਹੁਤ ਅਹਿਮ ਮਾਮਲਾ ਹੈ ਕਿ ਇੱਕ ਆਰਡੀਨੈਂਸ ਦੇ ਤਹਿਤ ਤੁਹਾਨੂੰ ਯਾਦ ਹੋਣਾ ਖੇਤੀ ਕਾਨੂੰਨ ਆਏ ਸੀ, ਖੇਤੀ ਬਿੱਲਾਂ ਦਾ ਰਾਹ ਪੱਧਰਾ ਹੋਇਆ ਸੀ। ਹੁਣ ਇੱਕ ਆਰਡੀਨੈਂਸ ਐਸਾ ਜਿਹਨੇ ਕੇਜਰੀਵਾਲ ਸਾਹਿਬ ਨੂੰ ਇੱਕ ਵਾਰੀ ਫਿਰ ਅਧੂਰਾ ਜਿਹਾ ਕਰਤਾ। ਉਂਝ ਕਾਹਲ ਕਈ ਵਾਰੀ ਲੈ ਕੇ ਵੀ ਬਹਿ ਜਾਂਦੀ ਆ। ਕੇਜਰੀਵਾਲ ਸਾਹਿਬ ਨੇ ਵੀ ਕਾਹਲ ਬੜੀ ਕੀਤੀ। ਜਿਨ੍ਹਾਂ ਨੇ ਕਿਤੇ ਫਾਈਲਾਂ ਰੋਕੀਆਂ ਸੀ, ਅੱਖਾਂ ਵਿਖਾਈਆਂ ਸੀ, ਇਹ ਕਿਹਾ ਸੀ ਕਿ ਤੁਸੀਂ ਕੌਣ ਹੁੰਨੇ ਹੋ, ਤੁਹਾਡੇ ਕੋਲ ਤਾਂ ਤਾਕਤਾਂ ਹੀ ਨਹੀਂ, ਉਹਨਾਂ ਆਉਂਦਿਆਂ ਹੀ ਝਟਕਾ ਦਿੱਤੇ ਸੀ। ਹੁਣ ਕੇਂਦਰ ਜਿਹੜਾ ਕਦੇ ਇਹਨਾਂ ਨੂੰ ਵਰਤਦਾ ਰਿਹਾ ਸੀ, ਜੇ ਅਫਸਰਾਂ ਦੇ ਮਗਰ ਨਾ ਖਲੋਂਦਾ, ਕੱਲ ਨੂੰ ਉਹਨਾਂ ਦੇ ਆਖੇ ਕੌਣ ਲੱਗਦਾ? ਸੋ ਉਹਨਾਂ ਨੇ 2 ਦਿਨ ਦੀ ਇੰਤਜ਼ਾਰ ਤੋਂ ਬਾਅਦ ਕੇਜਰੀਵਾਲ ਸਾਹਿਬ ਦੇ ਦਿੱਤੇ ਨੇ ਖੰਭ ਕੁੱਤਰ। ਹੁਣ ਇਹ ਲੜਾਈ ਸੁਪਰੀਮ ਕੋਰਟ 'ਚ ਜਾਂਦੀ ਆ ਜਾਂ ਸੁਪਰੀਮੋ, ਕਿਉਂਕਿ ਹੁਣ ਤਾਂ ਉਹ 2 ਸਟੇਟਾਂ ਦੇ ਮਾਲਕ ਨੇ, ਕਿ ਉਹ ਆਪਣੇ ਲਾਮ ਲਸ਼ਕਰ ਨਾਲ ਇਹ ਲੜਾਈ ਸੜਕਾਂ ਤੱਕ ਲਿਆਉਣ ਦੇ ਸਮਰੱਥ ਹੈਗੇ। ਆਮ ਤੌਰ ਤੇ ਹੀ ਲੜਾਈ ਸੜਕਾਂ ਤੇ ਲੜੀ ਜਾਂਦੀ ਹੈ ਜਿਹੜੀ ਸਰਕਾਰਾਂ ਨੂੰ ਝੁਕਾਉਂਦੀ ਹੁੰਦੀ ਹੈ। ਕੇਜਰੀਵਾਲ ਸੀਗੇ ਜਿਨ੍ਹਾਂ ਨੇ ਅੰਨਾ ਹਜ਼ਾਰੇ ਨਾਲ ਰਲ ਕੇ ਕਾਂਗਰਸ ਨੂੰ ਧੂਲ ਚਟਾਤੀ ਸੀ, ਬੀਜੇਪੀ ਦਾ ਰਾਹ ਪੱਧਰਾ ਕਰਤਾ ਸੀ। ਹੁਣ ਵੇਖਣ ਵਾਲੀ ਗੱਲ ਆ ਕਿ ਜਿੱਦਾਂ ਕਾਲ ਦੇ ਵਿੱਚ ਪੰਜਾਬ ਪੁਲਿਸ ਉਹਨਾਂ ਕੋਲ ਆਈ, ਬੱਗਾ ਫੜ ਲਿਆਂਦਾ, ਰਾਹ ਦੇ ਵਿੱਚੋਂ ਹੀ ਘੇਰ ਲਿਆ ਗਿਆ, ਕਦੇ ਵੀ ਫੜਿਆ ਬੰਦਾ ਫੜਿਆ ਨਾ ਦੱਸਿਆ, ਕਿ ਇੱਥੇ ਵੀ ਇਹਨਾਂ ਨਾਲ ਇਹੀ ਜੱਗੋਂ ਤੇਰਵੀਂ ਹੋਈ। ਇਹਦੇ ਤੇ ਡਿਸਕਸ਼ਨ ਬੜੀ ਜ਼ਰੂਰੀ ਆ। ਦੂਜਾ ਮਾਮਲਾ ਕਟਾਰੂ ਚੱਕ ਦਾ, ਉਹ ਮੰਤਰੀ ਜਿਹੜੇ ਜਲੰਧਰ ਦੀ ਬਾਈਪੋਲ ਦੇ ਵਿੱਚ ਲਗਾਤਾਰ ਚਰਚਿਤ ਸੀ। ਹੁਣ ਐਸਆਈਟੀ ਨੇ ਉਸ ਪੁੱਛਗਿੱਛ ਦੇ ਮਾਮਲੇ 'ਚ ਇਹ ਦਾਅਵਾ ਕੀਤਾ ਸੀ ਕਿ ਸਾਡੇ ਕੋਲ ਤਾਂ ਜਿਹੜਾ ਸ਼ਿਕਾਇਤਕਰਤਾ ਉਹੀ ਨਹੀਂ ਮਿਲ ਰਿਹਾ। ਸ਼ਿਕਾਇਤਕਰਤਾ ਨੇ ਲਿਖਤੀ ਕਿਹਾ ਕਿ ਮੈਂ ਸਿੱਟ ਦੇ ਸਾਹਮਣੇ ਵੀਡੀਓ ਕਾਨਫਰੰਸਿੰਗ ਰਾਹੀਂ ਆਉਣ ਲਈ ਤਿਆਰ ਹਾਂ। ਇਹਦੇ ਵਿੱਚ ਸੁਖਪਾਲ ਖਹਿਰਾ ਦੇ ਵੀ ਕੁਝ ਤਰਕ ਨੇ, ਮਨਜਿੰਦਰ ਸਿਰਸਾ ਵੀ ਇਹਦੇ 'ਚ ਕੁੱਦ ਪਏ ਨੇ। ਹੁਣ ਵੇਖਣ ਵਾਲੀ ਗੱਲ ਆ ਕਿ ਸਰਕਾਰ ਪਾਰਦਰਸ਼ਤਾ ਨਾਲ ਕੰਮ ਕਰਦੀ ਹੈ ਕਿ ਨਹੀਂ। ਇੱਕ ਦੂਜਾ ਮਾਮਲਾ ਜਿਹੜਾ ਰਾਤੀ ਫੇਰ ਹੋਇਆ, ਇੱਕ ਵਾਰੀ ਫਿਰ ਨੋਟਬੰਦੀ ਹੋਈ। ਇੰਦਰਪ੍ਰੀਤ, ਨੋਟਬੰਦੀ ਤੇ ਪੁੱਠੇ ਸਿੱਧੇ ਕਾਗਜ਼ ਤੁਹਾਨੂੰ ਦਿਖਾਉਣਗੇ ਤੇ ਆਖਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈ ਲਿਆ ਸਰਕਾਰ ਨੇ। ਕੁਲਦੀਪ ਸਿੰਘ ਧਾਲੀਵਾਲ ਦੀ ਗੱਲ ਨੂੰ ਜੇ ਸੀਰੀਅਸ ਲਓ, ਮੈਂ ਜੇ ਤਾਂ ਕਹਿਣ ਡਿਆ ਕਿਉਂਕਿ ਦਮਗਜੇ ਬਹੁਤ ਮਾਰੇ ਜਾਂਦੇ ਹੁੰਦੇ ਆ। ਉਹ ਕਹਿੰਦੇ ਵੀ ਸੁੱਖ ਵਿਲਾਸ ਦੇ ਵਿੱਚ ਤਾਂ ਹੁਣ ਸਰਕਾਰੀ ਕਮਰੇ ਹੋਣਗੇ, ਇਹਨਾਂ ਨੂੰ ਸਰਕਾਰ ਕਿਰਾਏ ਤੇ ਦਿਆ ਕਰੂਗਾ। ਇਹਦੇ ਅਰਥ ਕੀ ਆ, ਇਹਨੂੰ ਵੀ ਸਮਝਣ ਦਾ ਯਤਨ ਕਰਦੇ ਆ। ਸ਼੍ਰੋਮਣੀ ਕਮੇਟੀ ਦੀ ਅੱਜ ਐਗਜ਼ੈਕਟਿਵ ਬਾਡੀ ਦੀ ਮੀਟਿੰਗ ਵੀ ਬੜੀ ਅਹਿਮ ਆ। ਸਭ ਤੋਂ ਪਹਿਲਾਂ ਭਾਸਕਰ ਸਾਹਿਬ ਰਾਤ ਲੇਟ ਜੇ ਨੂੰ ਕੇਜਰੀਵਾਲ ਸਾਹਿਬ ਪਤਾ ਨਹੀਂ ਅੱਖ ਲੱਗ ਗਈ ਸੀ ਉਹਨਾਂ ਦੀ ਕਿ ਨਹੀਂ ਲੱਗੀ, ਉਦੋਂ ਉਹਨਾਂ ਨੇ ਆਰਡੀਨੈਂਸ ਜਾਰੀ ਕਰਤਾ। ਕੇਜਰੀਵਾਲ ਸਾਹਿਬ ਨੂੰ ਪੂਰੇ ਮੁੱਖ ਮੰਤਰੀ ਤੋਂ ਫਿਰ ਅੱਧਾ ਅਧੂਰਾ ਮੁੱਖ ਮੰਤਰੀ ਬਣਾਤਾ। ਪਹਿਲਾਂ ਤਾਂ ਰਾਜ ਹੀ ਨਹੀਂ ਪੂਰਾ, ਤੇ ਹੁਣ ਤਾਕਤਾਂ ਜਿਹੜੀਆਂ ਉਹਨਾਂ ਦਾ ਸਮਾਤੋਲ ਫਿਰ ਐਲਜੀ ਦੇ ਹੱਥ ਆ ਗਿਆ ਇਸ ਆਰਡੀਨੈਂਸ ਨਾਲ। ਇਹਦੀ ਜਰਾ ਆਭਾਰਤ ਸਮਝਾਇਓ ਜਰਾ, ਅੰਗਰੇਜ਼ੀ ਜ਼ਿਆਦਾ ਲਿਖੀ ਹੁੰਦੀ ਆ, ਸਾਡੇ ਜਰਾ ਹੱਥ ਤੰਗ ਰਹਿੰਦੇ। ਰੰਧਾਵਾ ਜੀ 3 ਵਾਰ ਮੁੱਖ ਮੰਤਰੀ ਬਣੇ ਨੇ ਕੇਜਰੀਵਾਲ, ਹਜੇ ਉਹਨਾਂ ਨੂੰ ਉਹ ਪਾਵਰ ਜਿਹੜੀ ਮੁੱਖ ਮੰਤਰੀ ਦੀ ਹੁੰਦੀ ਹੈ ਉਹ ਕਦੀ ਨਸੀਬ ਨਹੀਂ ਹੋਈ। 11 ਮਈ ਨੂੰ ਸੁਪਰੀਮ ਕੋਰਟ ਦਾ ਉਹ ਆਰਡਰ, ਔਰ ਉਸ ਤੋਂ ਬਾਅਦ ਤਾਬੜਤੋੜ ਟਰਾਂਸਫਰ ਦੀ ਗੱਲਾਂ ਦਿੱਲੀ ਸਰਕਾਰ ਦੇ ਵਿੱਚ ਚੱਲੀਆਂ। ਹਜੇ ਪਹਿਲੀ ਟਰਾਂਸਫਰ ਕੀਤੀ ਸੀ ਆਸ਼ੀਸ਼ ਮੋੜ। ਉਹ ਕੱਲ ਜੋ ਕੁਝ ਉੱਥੇ ਦਿੱਲੀ ਦੀ ਸਰਕਾਰ ਦੇ ਵਿੱਚ ਹੋਇਆ, 5 ਮੰਤਰੀ ਔਰ ਕੇਜਰੀਵਾਲ ਆਪ ਗਏ ਲੈਫਟੀਨੈਂਟ ਗਵਰਨਰ ਸਾਹਿਬ ਨੂੰ ਮਿਲਣ, ਤੇ ਉੱਥੇ ਇਹ ਗੱਲ ਹੋਈ ਕਿ ਜੀ ਤੁਸੀਂ ਉਹ ਟਰਾਂਸਫਰ ਦੀ ਇਜਾਜ਼ਤ ਕਿਉਂ ਨਹੀਂ ਦੇ ਰਹੇ ਜਿਹੜੀ ਆਸ਼ੀਸ਼ ਮੋੜ ਵਾਲੀ ਫਾਈਲ ਭੇਜੀ ਹੈ। ਉਹਨਾਂ ਨੇ ਇਸ ਤੋਂ ਪਹਿਲੇ ਇੱਕ ਚਿੱਠੀ ਲਿਖੀ ਸੀ ਔਰ ਐਲੀਗੇਸ਼ਨ ਲਾਇਆ ਸੀ ਕਿ ਸੌਰਵ ਭਾਰਦਵਾਜ ਮੰਤਰੀ ਨੇ ਆਸ਼ੀਸ਼ ਮੋੜ ਜਿਹੜੇ ਸਪੈਸ਼ਲ ਸੈਕਟਰੀ ਨੇ ਉਹਨਾਂ ਨੂੰ ਇੱਕ ਤਰੀਕੇ ਨਾਲ ਡਿਟੇਨ ਕਰਕੇ ਰੱਖਿਆ ਸੀਗਾ। ਇਸ ਮੁੱਦੇ ਦੇ ਉੱਤੇ ਕੇਜਰੀਵਾਲ ਉਹਨਾਂ ਨੇ ਵੀ ਇੱਕ ਚਿੱਠੀ ਲਿਖਤੀ। ਚਿੱਠੀ ਵਿੱਚ ਇਹ ਲਿਖਿਆ ਕਿ ਜੀ ਅਗਰ ਸੌਰਵ ਭਾਰਦਵਾਜ ਅਦਰਵਾਈਜ਼ ਕਰ ਤੇ ਨਹੀਂ ਸਕਦਾ ਏਦਾਂ, ਲੇਕਿਨ ਜੇ ਕੀਤਾ ਹੈ ਤੇ ਤੁਸੀਂ ਤੇ ਵੱਡੇ ਭਰਾ ਸੀਗੇ, ਸਮਝਾ ਦੇਣਾ ਸੀ ਕਾਕਾ ਏਦਾਂ ਨਹੀਂ ਕਰੀਦਾ ਹੁੰਦਾ। ਪਰ ਇਹ ਬੜੀ ਸੌਫਟ ਦੀ ਚਿੱਠੀਆਂ ਸੀਗੀ। ਇਹਦੇ ਦੌਰਾਨ ਜਦ ਕੇਜਰੀਵਾਲ ਉਹਨਾਂ ਅੜ ਗਏ ਕਿ ਨਹੀਂ ਤੁਸੀਂ ਉਸ ਟਰਾਂਸਫਰ ਦੀ ਚਿੱਠੀ ਦੇ ਉੱਤੇ ਸਾਈਨ ਕਰਕੇ ਅਪਰੂਵਲ ਸਾਨੂੰ ਦਿਓ, ਤੇ ਸ਼ਾਮ ਤੱਕ ਅਪਰੂਵਲ ਆ ਵੀ ਗਈ। ਇਹ ਸਾਰੇ ਐਪੀਸੋਡ ਦੇ ਦੌਰਾਨ ਕੇਜਰੀਵਾਲ ਉਹਨਾਂ ਇਸ ਗੱਲ ਦਾ ਐਪਰੀਹੈਂਸ਼ਨ ਜਤਾਉਂਦੇ ਨੇ ਕਿ ਕੇਂਦਰ ਸਰਕਾਰ ਆਰਡੀਨੈਂਸ ਜਾਰੀ ਕਰ ਸਕਦੀ ਹੈ, ਔਰ ਰਾਤ ਨੂੰ ਉਹ ਆਰਡੀਨੈਂਸ ਜਾਰੀ ਵੀ ਹੋ ਗਿਆ, ਜਿਹਦੇ ਰਾਹੀਂ ਸਾਰੀ ਟਰਾਂਸਫਰ ਦੀ, ਪੋਸਟਿੰਗ ਦੀ ਉਹ तमाम ਸ਼ਕਤੀਆਂ ਜਿਹੜੀ ਸੁਪਰੀਮ ਕੋਰਟ ਨੇ ਕੇਜਰੀਵਾਲ ਉਹਨਾਂ ਨੂੰ ਦਿੱਤੀ ਸੀਗੀ ਉਹ ਸਾਰੀ ਵਾਪਸ ਲੈ ਲਈ ਔਰ ਆਰਡੀਨੈਂਸ ਜਾਰੀ ਕਰਤਾ। ਆਰਡੀਨੈਂਸ ਦਾ ਮਤਲਬ ਕੀ ਹੁੰਦਾ ਹੈ?
ਜਦ ਸਰਕਾਰ ਕੇਂਦਰ ਸਰਕਾਰ ਕਿਸੇ ਮੁੱਦੇ ਦੇ ਉੱਤੇ ਆਰਡੀਨੈਂਸ ਜਾਰੀ ਕਰਦੀ ਹੈ ਤੇ 6 ਮਹੀਨੇ ਤੱਕ ਤੇ ਇਹ ਕਾਨੂੰਨ ਦਾ ਹੀ ਰੂਪ ਲੈਂਦਾ ਹੈ ਔਰ 6 ਮਹੀਨੇ ਤੱਕ ਇਹਨੂੰ ਪਾਰਲੀਮੈਂਟ ਤੋਂ ਪਾਸ ਕਰਾਉਣਾ ਹੁੰਦਾ। ਹੁਣ ਪਾਰਲੀਮੈਂਟ ਦੇ ਵਿੱਚ ਜਿਸ ਤਰੀਕੇ ਦੀ ਤਾਦਾਦ ਬੀਜੇਪੀ ਦੀ ਹੈਗੀ ਹੈ ਉਹਦੇ ਵਾਸਤੇ ਇਹ ਪਾਸ ਕਰਾਉਣਾ ਕੋਈ ਬਹੁਤਾ ਔਖਾ ਨਹੀਂ। ਯਾਨੀ ਕੇਜਰੀਵਾਲ ਨੇ ਹਜੇ ਪੰਖ ਲੱਗੇ ਹੀ ਸੀਗੇ, ਉਡਾਨ ਭਰੀ ਸੀਗੀ ਤੇ ਫਿਰ ਉਹਨਾਂ ਨੇ ਥੱਲੇ ਜ਼ਮੀਨ ਤੇ ਉਤਾਰਤਾ। ਹੁਣ ਇਹਦੀ ਪਬਲਿਕ ਪਰਸੈਪਸ਼ਨ ਕੀ ਬਣਦੀ ਹੈ, ਕਿਉਂਕਿ ਇਸ ਸਾਰੀ ਗੇਮ ਦੇ ਉੱਤੇ ਪਬਲਿਕ ਪਰਸੈਪਸ਼ਨ ਕੀ ਬਣਦੀ ਹੈ ਉਸ ਦੇ ਉੱਤੇ ਵੱਖ-ਵੱਖ ਪਾਰਟੀਆਂ, ਖਾਸ ਕਰਕੇ ਆਮ ਆਦਮੀ ਪਾਰਟੀ ਤੇ ਕੇਂਦਰ ਸਰਕਾਰ ਆਪਣੀ ਛਵੀ ਠੀਕ ਕਰਨ ਦੀ ਕੋਸ਼ਿਸ਼ ਕਰਨਗੀਆਂ, ਕਿਉਂਕਿ ਸਿੱਧੇ ਤੌਰ ਤੇ ਇਹ ਇੱਕ ਆਪਣੇ ਆਪ ਵਿੱਚ ਤਾਨਾਸ਼ਾਹੀ ਵੀ ਲੱਗਦੀ ਹੈ ਔਰ ਇਸ ਗੱਲ ਨੂੰ ਤਾਨਾਸ਼ਾਹੀ ਦੇ ਤੌਰ ਤੇ ਆਮ ਆਦਮੀ ਪਾਰਟੀ ਪਬਲਿਕ ਦੇ ਵਿੱਚ ਪਹੁੰਚਾ ਪਾਉਂਦੀ ਹੈ, ਇੱਕ ਨੈਰੇਟਿਵ ਸੈੱਟ ਕਰ ਪਾਉਂਦੀ ਹੈ ਤੇ ਉਹਨੂੰ ਪੋਲੀਟੀਕਲੀ ਫਾਇਦਾ ਹੋ ਸਕਦਾ ਹੈ। ਪਰ ਕੇਂਦਰ ਸਰਕਾਰ ਜਾਂ ਭਾਜਪਾ ਇਹਨੂੰ ਜਸਟੀਫਾਈ ਕਰ ਰਹੀ ਹੈ ਕਿ ਜਿਹੜੀ ਦਿੱਲੀ ਦੀ ਸਰਕਾਰ ਹੈ ਉਹਨਾਂ ਨੇ ਆਪਣਾ ਇੱਕ ਤਰੀਕੇ ਨਾਲ ਡਿਕਟੇਟਰਸ਼ਿਪ ਕਰਨਾ, ਤਾਨਾਸ਼ਾਹੀ ਦੇ ਜਿਹੜੇ ਚਾਰजेस ਹੈਗੇ ਨੇ ਦੋਨੋਂ ਇੱਕ ਦੂਜੇ ਤੇ ਲਾ ਰਹੇ ਨੇ। ਪਰ ਇਹ ਲੜਾਈ ਵੱਡੀ ਹੋ ਗਈ ਹੈ। ਹੁਣ 2024 ਦੇ ਇਲੈਕਸ਼ਨ ਤੋਂ ਪਹਿਲੇ ਆਮ ਆਦਮੀ ਪਾਰਟੀ ਇਸ ਗੱਲ ਨੂੰ ਕਿੰਨਾ ਵੱਡਾ ਕਰਦੀ ਹੈ ਔਰ ਕੇਂਦਰ ਸਰਕਾਰ ਇਸ ਗੱਲ ਦੇ ਉੱਤੇ ਕਿੰਨਾ ਕੰਟਰੋਲ ਕਰਦੀ ਹੈ, ਇਹਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਨੀਤੀ ਚੱਲਣੀ ਹੈ। ਪਰ ਫਿਲਹਾਲ ਜਿਹੜੇ ਪੰਖ ਲੱਗੇ ਸੀਗੇ ਕੇਜਰੀਵਾਲ ਉਹਨਾਂ ਨੂੰ, ਹੁਣ ਉਹ ਪੰਖ ਵੱਢ ਦਿੱਤੇ ਗਏ ਨੇ ਔਰ ਜ਼ਮੀਨ ਤੇ ਉਹਨਾਂ ਨੂੰ ਦੁਬਾਰਾ ਲੈ ਆਏ ਨੇ। ਦੇਖੋ, ਕੇਂਦਰੀ ਸੱਤਾ ਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਪੈਂਦਾ ਇੰਦਰਪ੍ਰੀਤ ਜੀ, ਵੀ ਉਹਨਾਂ ਨੂੰ ਕੋਈ ਡਿਕਟੇਟਰ ਕਵੇ ਜਾਂ ਨਾ ਕਵੇ। ਨਾ ਉਹਨਾਂ ਨੇ ਕਦੇ ਕਿਸੇ ਦੇ ਕਿਹਾ ਕੋਈ ਲਫ਼ਜ਼ ਕਿਹਾ, ਜੋ ਉਹਨਾਂ ਕਰਨਾ ਉਹ ਕਰ ਹੀ ਦਿੰਦੇ ਆ। ਜੰਮੂ ਕਸ਼ਮੀਰ ਦੇ ਮਾਮਲੇ ਨੇ, ਖੇਤੀ ਬਿੱਲ ਨੇ, ਬੜੀ ਐਜੀਟੇਸ਼ਨ ਹੋਈ, ਉਦੋਂ ਨਹੀਂ ਮੰਨੇ। ਜਦੋਂ ਐਜੀਟੇਸ਼ਨ ਠੰਡੀ ਪੈਣ ਲੱਗ ਪਈ ਉਦੋਂ ਆਣ ਕੇ ਮੰਨ ਗਏ। ਹੁਣ ਸਵਾਲ ਇਸ ਗੱਲ ਦਾ ਹੈ ਕਿ ਜੇਕਰ ਮੋਦੀ ਸਾਹਿਬ ਵਿਅਕਤੀਗਤ ਤੌਰ ਤੇ ਇੰਨੇ ਪਾਵਰਫੁਲ ਦਿਸਣਾ ਚਾਹੁੰਦੇ ਆ ਤੇ ਉਹ ਲਗਭਗ ਪਿਛਲੇ ਕਈ ਸਾਲਾਂ ਤੋਂ ਦਿਸ ਰਹੇ। ਇਹ ਹੁਣ ਦੋ ਰਾਵਾਂ ਤੇ ਹੈ ਹੀ ਨਹੀਂ ਕਿ ਡਿਕਟੇਟਰਸ਼ਿਪ ਕੀ ਹੁੰਦੀ ਹੈ ਕੀ ਨਹੀਂ ਹੁੰਦੀ, ਇਹਨੂੰ ਤਾਂ ਤੁਸੀਂ ਪਰਿਭਾਸ਼ਿਤ ਨਹੀਂ ਕਰ ਸਕਦੇ। ਡਿਕਟੇਟਰਸ਼ਿਪ ਕੇਜਰੀਵਾਲ ਸਾਹਿਬ ਦੀ ਵੀ ਜਦੋਂ ਦੀ ਉਹਨਾਂ ਦੀ ਪਾਰਟੀ ਬਣੀ ਆ, ਕਿਹਨੂੰ ਰੱਖਣਾ ਕਿਹਨੂੰ ਕੱਢਣਾ, ਪਾਵਰਫੁਲ ਤਾਂ ਉਹ ਵੀ ਰਹੇ ਆ। ਸਾਰਾ ਸੈਂਟਰਲ ਪਾਵਰ ਜਿਹੜੀ ਬਣੇ ਹੋਏ ਨੇ ਔਰ ਕੋਈ ਵੀ ਬੰਦਾ ਠਹਿਰ ਹੀ ਨਹੀਂ ਸਕਿਆ ਜਿਹੜਾ ਉਹਨਾਂ ਦੇ ਕੱਦ ਦਾ ਸੀ। ਪੰਜਾਬ ਦੇ ਵਿੱਚ ਵੀ ਇਹ ਕਿਹਾ ਜਾਂਦਾ ਰਿਹਾ ਕਿ ਡਿਕਟੇਟ ਉਹੀ ਕਰ ਰਹੇ ਆ ਜੋ ਉਹ ਚਾਹੁੰਦੇ ਆ। ਅੱਜ ਵੀ ਉਹਨਾਂ ਦੀਆਂ ਟੀਮਾਂ ਇੱਥੇ ਕੰਮ ਕਰ ਰਹੀਆਂ ਨੇ। ਔਰ ਇਸੇ ਤਰੀਕੇ ਨਾਲ ਜੇਕਰ ਤੁਸੀਂ ਸਟੇਟਾਂ 'ਚ ਆ ਜਾਓ, ਖੇਤਰੀ ਪਾਰਟੀਆਂ ਜਿਹੜੀਆਂ ਆਪਣੇ ਆਪ ਨੂੰ ਖੇਤਰਵਾਦ ਨਾਲ ਜੁੜੀਆਂ ਦੱਸਦੀਆਂ ਔਰ ਕਹਿੰਦੀਆਂ ਸਾਡਾ 100 ਸਾਲ ਦਾ ਇਤਿਹਾਸ ਆ, ਉਹ ਵੀ ਤਾਂ ਇੱਕ ਬੰਦੇ ਤੇ ਕੇਂਦਰਿਤ ਨੇ। ਮੇਰੀ ਮਰਜ਼ੀ ਆ, ਮੈਂ ਜੋ ਕਰੂੰ ਉਹੀ ਕਰੂੰ। ਸਵਾਲ ਇਸ ਗੱਲ ਦਾ ਹੈ ਕਿ ਡਿਕਟੇਟਰਸ਼ਿਪ ਦੇ ਨਾਂ ਥੱਲੇ ਹੁਣ ਕਿਸੇ ਨੂੰ ਬਰੀ ਨਹੀਂ ਕੀਤਾ ਜਾ ਸਕਦਾ, ਲੇਕਿਨ ਇੱਕ ਦੂਜੇ ਤੇ ਦੋਸ਼ ਲਾਉਣੇ ਵੀ ਫਲਾਣੇ ਨੇ ਉਹਦੇ ਕੋਲ ਪਾਵਰ ਸੀ, ਧੱਕਾ ਕਰ ਲਿਆ। ਪਾਵਰ ਹਰੇਕ ਕੋਲ ਜਦੋਂ ਹੁੰਦੀ ਹੈ। ਹੁਣ ਜਦੋਂ ਅਜੇ ਤਾਂ ਇਹਦਾ ਸੇਕ ਪੰਜਾਬ ਵੱਲ ਵੀ ਆਉਣਾ। ਇੰਦਰਪ੍ਰੀਤ ਜੀ, ਤੁਸੀਂ ਤਾਂ ਪੋਲੀਟੀਕਲ ਘੇਰਿਆਂ ਦੇ ਵਿੱਚ, ਪ੍ਰਸ਼ਾਸਨਿਕ ਘੇਰਿਆਂ 'ਚ ਵਿਚਰਦੇ ਹੋ। ਮੇਰੇ ਕੋਲ ਤਾਂ ਇਹ ਵੀ ਕੰਸੋਲ ਸੀਗੀ ਕਿ ਦੀਪ ਮਲਹੋਤਰੇ ਦੇ ਉੱਪਰ ਪਈਆਂ ਰੇਡਸ ਰੁਕਣ ਵਾਲੀਆਂ ਨਹੀਂ। ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਵੀ ਘੇਰੇ 'ਚ ਲਿਆਂਦਾ ਜਾ ਸਕਦਾ। ਅਜੇ ਦਿੱਲੀ ਵਾਲਾ ਕੰਮ ਜਦੋਂ ਥੋੜਾ ਜਿਹਾ ਠੰਡਾ ਪੈਣ ਲੱਗਿਆ, ਪੰਜਾਬ ਚੁੱਕ ਲਿਆ ਜਾਊਗਾ। ਇੰਜ ਦੀਆਂ ਵੀ ਕੰਸੋਆਂ ਨੇ ਔਰ ਇਹ ਕੰਸੋਆਂ ਕੋਈ ਇਸ ਕਰਕੇ ਨਹੀਂ ਕਿ ਪੋਲੀਟੀਕਲ ਆ। ਅਗਲੇ ਨੇ ਆਧਾਰ ਤਿਆਰ ਕਰਨੇ ਸ਼ੁਰੂ ਕਰਤੇ ਆ ਵੀ ਜਿਹੜੇ L1 ਦੇ ਸੀਗੇ ਪਲੇਅਰ ਜਾਂ ਬਾਕੀ ਕਿਸੇ ਵੀ ਤਰੀਕੇ ਨਾਲ ਜਿਨ੍ਹਾਂ ਦੀਆਂ ਡਿਸਟਿਲਰੀਜ਼ ਨੇ, ਜੇਕਰ ਉਹ ਤੁਹਾਡੇ ਕਾਬੂ 'ਚ ਨੇ ਤੇ ਮਾੜੀ ਮੋਟੀ 19-21 ਤੇ ਹਰਥਾਈ ਹੋਈ ਹੁੰਦੀ ਹੈ। ਗੱਲ ਤੋਰੋ ਜਰਾ। ਇਹ ਡਿਕਟੇਟਰਸ਼ਿਪ ਵਾਲੀ ਗੱਲ, ਆਰਡੀਨੈਂਸ ਵਾਲੀ ਗੱਲ, ਕੇਜਰੀਵਾਲ ਦੇ ਅਧੂਰੇ ਹੋਣ ਵਾਲੀ ਗੱਲ, ਪੰਜਾਬ ਦੀ ਪੋਲਿਟਿਕਸ ਦੀ ਗੱਲ ਇਕੱਠੀਆਂ ਤੋਰੋ। ਰੰਧਾਵਾ ਸਾਹਿਬ, ਅਸਲ 'ਚ ਜਦੋਂ ਦੂਜਿਆਂ ਦੇ ਘਰ 'ਚ ਅੱਗ ਲੱਗਦੀ ਹੈ ਨਾ ਤਾਂ ਉਹ ਬਸੰਤਰ ਨਜ਼ਰ ਆਉਂਦਾ। ਜਦੋਂ ਉਹੀ ਅੱਗ ਆਪਣੇ ਘਰੇ ਆਉਂਦੀ ਹੈ ਫਿਰ ਲੱਗਦਾ ਕਿ ਇਹਦੀ ਤਪਿਸ਼ ਬਹੁਤ ਜ਼ਿਆਦਾ ਹੈ। ਇਹੀ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਆਹ ਗੱਲ ਕਰ ਰਹੇ ਸੀਗੇ ਕਿ ਜੰਮੂ ਕਸ਼ਮੀਰ ਤੇ 370 ਲਗਾ ਕੇ ਉਹ ਤੋੜਤਾ ਹੈ, ਸਟੇਟ ਨੂੰ ਤੋੜਤਾ, ਇਹ ਪਹਿਲੀ ਘਟਨਾ ਸੀ ਪੂਰੇ ਕੰਟਰੀ ਦੇ ਵਿੱਚ ਜਦੋਂ ਕਿਸੇ ਸਟੇਟ ਨੂੰ ਤੋੜਿਆ ਹੋਵੇ। ਸਟੇਟ ਅੱਜ ਤੱਕ ਨਹੀਂ ਤੋੜ ਕੇ ਯੂਟੀਆਂ ਬਣਾਈਆਂ। ਹਾਂ, ਯੂਟੀ ਨੂੰ ਸਟੇਟਾਂ ਦਾ ਦਰਜਾ ਦੇਣ ਦੀਆਂ ਮੰਗਾਂ ਤਾਂ ਚੱਲਦੀਆਂ ਰਹਿੰਦੀਆਂ, ਚਾਹੇ ਇਹ ਦਿੱਲੀ 'ਚ ਹੀ ਦਿੱਤਾ ਹੋਇਆ ਸਟੇਟ ਦਾ ਦਰਜਾ ਦਿੱਤਾ ਹੈ ਉਹਨਾਂ ਨੇ, ਪਰ ਹਾਲਾਂਕਿ ਉਹ ਇੱਕ ਜਸਟ ਸ਼ਹਿਰ ਹੀ ਹੈ, ਕੋਈ ਸਟੇਟ ਜੋਗਾ ਉਸ 'ਚ ਹੈ ਨਹੀਂ ਹੈ। ਠੀਕ ਹੈ, ਛੋਟੀਆਂ ਛੋਟੀਆਂ ਕਨਸਟੀਟਿਊਸ਼ਨ ਬਣਾ ਕੇ ਤੁਸੀਂ ਅੱਜ 70 ਬਣਾਈਆਂ ਤੇ 70 ਤੋਂ ਤੁਸੀਂ ਹੋਰ ਵੀ ਬਣਾ ਲਓ। ਇਹ ਸਵਾਲ ਨਹੀਂ ਹੈ। ਸਵਾਲ ਤਾਂ ਇਸ ਗੱਲ ਦਾ ਹੈ ਕਿ ਕੀ ਉਹਨਾਂ ਕੋਲ ਉਹਨਾਂ ਏਰੀਆ ਹੈ ਜਾਂ ਉਨੀ ਆਬਾਦੀ ਹੈ। ਸਾਰਾ ਕੁਝ ਇਹ ਦੇਖਣਾ ਪੈਂਦਾ ਹੁੰਦਾ। ਫਿਰ ਉੱਥੇ ਦਿੱਲੀ ਜਿਹੜੀ ਹੈਗੀ ਹੈ ਇੱਕ ਸਾਡੀ ਨੈਸ਼ਨਲ ਕੈਪੀਟਲ ਵੀ ਹੈਗੀ ਹੈ। ਉੱਥੇ ਬਹੁਤ ਸਾਰੀਆਂ ਚੀਜ਼ਾਂ ਇਹ ਕੰਟਰੀ ਨਾਲ ਵੀ ਜੁੜੀਆਂ ਹੋਈਆਂ, ਸਟੇਟ ਨਾਲ ਤਾਂ ਹੈ ਲੇਕਿਨ ਨਾਲ ਕੰਟਰੀ ਨਾਲ ਵੀ ਜੁੜੀਆਂ ਹੋਈਆਂ। ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਗਵਰਨਮੈਂਟ ਜਿਹੜੀ ਹੈਗੀ ਹੈ ਸਟੇਟ ਦੀ, ਸੈਂਟਰ ਦੀ, ਉਹ ਪਾਵਰਸ ਜਿਹੜੀਆਂ ਨੇ ਉਹ ਸਟੇਟ ਨੂੰ ਦੇ ਕੇ ਰੱਖੂਗੀ। ਉਹ ਪਾਵਰਸ ਆਪਣੇ ਹੱਥ 'ਚ ਹੀ ਰੱਖੂਗੀ। ਖਾਸ ਤੌਰ ਤੇ ਜਿਵੇਂ ਪੁਲਿਸ ਹੈ, ਸ਼ਹਿਰੀ ਵਿਕਾਸ ਹੈ, ਹੋਰ ਇਸ ਤਰ੍ਹਾਂ ਦੀਆਂ ਜਿੰਨੀਆਂ ਵੀ ਹੈਗੀਆਂ
ਪਾਵਰਾਂ ਉਹਨਾਂ ਨੇ ਆਪਣੇ ਕੋਲ ਹੀ ਰੱਖਣੀਆਂ। ਈਵਨ ਜਿਹੜੀਆਂ ਸਟੇਟ ਨੂੰ ਵੀ ਦਿੱਤੀਆਂ ਹੋਈਆਂ ਨੇ, ਉਹ ਦੇਖੋ ਜਿਹੜੀਆਂ ਤਾਂ ਬਿਲਕੁਲ ਸਟੇਟ ਸਪੈਸੀਫਿਕ ਨੇ, ਜਿਸ ਤਰ੍ਹਾਂ ਸਕੂਲਸ ਨੇ, ਹੈਲਥ ਹੈ ਨਾ, ਨਗਰ ਨਿਗਮ ਨੇ, ਇਸ ਤਰ੍ਹਾਂ ਦੀਆਂ ਤਾਂ ਠੀਕ ਹੈ, ਤੁਸੀਂ ਦੇ ਦਿਓ ਉਹਨਾਂ ਨੂੰ, ਔਰ ਪੂਰਾ ਰਾਈਟ ਵੀ ਦਿਓ ਉਹਨਾਂ ਨੂੰ ਕਿ ਬਈ ਤੁਸੀਂ ਆਪਣੇ ਕੰਮ ਕਰੋ, ਜਿੱਥੇ ਤੁਹਾਨੂੰ ਘਾਟ ਪੈਂਦੀ ਹੈ ਉੱਥੇ ਪੈਸਾ ਵੀ ਲੈ ਲਓ, ਗਵਰਨਮੈਂਟ ਆਫ ਇੰਡੀਆ ਦੇਗੀ, ਕਿਉਂਕਿ ਇਹ ਨੈਸ਼ਨਲ ਕੈਪੀਟਲ ਹੈ। ਨੈਸ਼ਨਲ ਕੈਪੀਟਲ ਸਾਡਾ ਕੰਟਰੀ ਦਾ ਮਾਣ ਹੁੰਦਾ, ਉਹਨੂੰ ਅਸੀਂ ਸੋਹਣਾ ਹੀ ਬਣਾ ਕੇ ਰੱਖਣਾ। ਪਰ ਇੱਥੇ ਸਵਾਲ ਇਹ ਹੋ ਰਿਹਾ ਹੈ ਕਿ ਜਦੋਂ ਜੰਮੂ ਕਸ਼ਮੀਰ ਨੂੰ ਤੋੜਿਆ ਗਿਆ ਸੀਗਾ, ਉਦੋਂ ਕਿਸੇ ਨੇ ਕੋਈ ਆਵਾਜ਼ ਨਹੀਂ ਉਠਾਈ, ਕੋਈ ਨਹੀਂ ਬੋਲਿਆ ਇਹਦੇ ਉੱਤੇ। ਮੈਨੂੰ ਲੱਗਦਾ ਕਿ ਉਹ ਜਿਹੜੀ ਆਵਾਜ਼ ਕਿਸੇ ਦੇ ਹੱਕ, ਕਿਸੇ ਦੇ ਲਈ ਅਸੀਂ ਜਦੋਂ ਨਹੀਂ ਖੜਦੇ, ਤਾਂ ਜਦੋਂ ਫਿਰ ਆਪਣੇ ਲਈ ਪੈਂਦੀ ਹੈ ਤਾਂ ਫਿਰ ਸਾਡੇ ਲਈ ਵੀ ਕੋਈ ਨਹੀਂ ਖੜਦਾ। ਹੁਣ ਇੱਥੇ ਵੀ ਸੇਮ ਉਹੀ ਹੈ ਕਿ ਇਹ ਲੜਾਈ ਆਪ ਨੂੰ ਇਕੱਲੇ ਹੀ ਲੜਨੀ ਪੈਣੀ ਹੈ, ਨਾਲ ਕੋਈ ਨਹੀਂ ਆਏਗਾ ਉਹਨਾਂ ਦੇ। ਜਦੋਂ ਜੇ ਤੁਸੀਂ ਇਸ ਤਰ੍ਹਾਂ ਦੀ ਇੱਕ ਮੈਨੂੰ ਲੱਗਦਾ ਕਿ ਇੱਕ ਪੱਥ ਬਣਾ ਦਿੰਦੇ ਵੀ ਹਾਂ ਤੁਸੀਂ ਜੰਮੂ ਕਸ਼ਮੀਰ ਵਾਲਿਆਂ ਨਾਲ ਖੜੇ ਹੋ, ਤਾਂ ਫਿਰ ਸ਼ਾਇਦ ਹੋ ਸਕਦਾ ਕਿ ਅੱਜ ਜੰਮੂ ਕਸ਼ਮੀਰ ਵਾਲੇ ਤੁਹਾਡੇ ਨਾਲ ਖੜ ਜਾਂਦੇ, ਜਾਂ ਹੋਰ ਕੋਈ ਰੀਜਨਲ ਪਾਰਟੀਆਂ ਜਿਹੜੀਆਂ ਜਿਨ੍ਹਾਂ ਨੂੰ ਇਸ ਗੱਲ ਦਾ ਸੇਕ ਲੱਗਦਾ ਹੈ ਕਿ ਹਾਂ ਤੁਸੀਂ ਫੈਡਰਲ ਸਟਰਕਚਰ ਨੂੰ ਤੋੜ ਕੇ ਮਤਲਬ ਸਾਰੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰੀ ਜਾਂਦੇ ਹੋ, ਅੱਜ ਉਹ ਤੁਹਾਡੇ ਨਾਲ ਖੜਦੇ। ਮੈਨੂੰ ਲੱਗਦਾ ਕਿ ਥੋੜਾ ਜਿਹਾ ਇੱਥੇ ਇਹ ਵੀ ਇਹਨੂੰ ਵੱਡੇ ਪਹਿਲੂ 'ਚ ਵੀ ਦੇਖਣਾ ਚਾਹੀਦਾ ਹੈ ਕਿ ਤੁਸੀਂ ਕਦੀ ਖੜੇ ਸੀ ਕਿਸੇ ਨਾਲ, ਜੇ ਤੁਸੀਂ ਨਹੀਂ ਖੜੇ ਤਾਂ ਅੱਜ ਤੁਹਾਡੇ ਲਈ ਕੌਣ ਖੜੇ। ਇੰਦਰਪ੍ਰੀਤ ਜੀ, ਕਈ ਵਾਰੀ ਕਾਲ ਵੀ ਮਾਰਦੀ ਹੈ। ਕੇਜਰੀਵਾਲ ਸਾਹਿਬ ਨੇ ਬਿਨਾਂ ਉਡੀਕੇ ਤੁਰੰਤ ਪ੍ਰਭਾਵ ਨਾਲ ਜਿਸ ਦਿਨ ਫੈਸਲਾ ਆਇਆ ਉਸ ਦਿਨ ਹੀ ਕਾਰਵਾਈਆਂ ਸ਼ੁਰੂ ਕਰਤੀਆਂ। ਇੱਕ ਅਫਸਰ ਤੇ ਉਸੇ ਦਿਨ ਹੀ ਚੱਕਦਾ ਸੀਗਾ, ਭਾਵੇਂ ਉਹ ਅਫਸਰ ਭੱਜ ਗਿਆ ਸੀ ਦਫ਼ਤਰ ਚੋਂ, ਚਲੋ ਸ਼ਬਦ ਚੰਗੇ ਨਹੀਂ ਹੁੰਦੇ, ਭੱਜ ਗਿਆ ਵਰਤਣਾ, ਪਰ ਇਹਨਾਂ ਨੂੰ ਲੱਭਿਆ ਨਹੀਂ। ਫਿਰ ਇਹ ਸੁਪਰੀਮ ਕੋਰਟ 'ਚ ਗਏ, ਚਲੋ ਸੁਪਰੀਮ ਕੋਰਟ ਨੇ ਸੁਣਵਾਈ ਲਈ ਸਹਿਮਤੀ ਦਿੱਤੀ, ਥੋੜਾ ਵੇਟ ਕਰ ਲੈਂਦੇ। ਘੱਟੋ ਘੱਟ ਸਾਨੂੰ ਸੰਜਮ ਰੱਖਣ ਦੀ ਲੋੜ ਹੈ, ਇੱਕ ਬਹੁਤ ਮੁਲਾਂਕਣ ਦੀ ਲੋੜ ਸੀਗੀ ਕਿ ਤੁਹਾਡੀਆਂ ਜ਼ਰੂਰਤਾਂ ਕੀ ਨੇ, ਕਿੱਥੇ ਕਿੱਥੇ ਫੈਸਲੇ ਲੈਣ ਦੀ ਲੋੜ ਆ। ਇਸ ਕਾਲ ਦੇ ਵਿੱਚ ਉਹ ਇਹਦੇ ਤੋਂ ਡਬਲ ਕਾਲੇ ਨਿਕਲੇ। ਹੁਣ ਇਸ ਲੜਾਈ ਨੂੰ ਤੁਸੀਂ ਕਿਸ ਤਰ੍ਹਾਂ ਅੱਗੇ ਵਧਦੀ ਦੇਖਦੇ ਹੋ, ਇਹ ਸਾਰਾ ਦੇਸ਼ ਦੇਖੂਗਾ, ਕਿਉਂਕਿ ਦਿੱਲੀ ਦੀ ਲੜਾਈ ਭਾਵੇਂ ਕੇਜਰੀਵਾਲ ਸਾਹਿਬ ਓਡੇ ਸਮਰੱਥ ਨਹੀਂ ਗਏ ਪੋਲੀਟੀਕਲੀ, ਉਹ ਆਪਣੇ ਆਪ ਨੂੰ ਦਾਅਵੇਦਾਰ ਮੰਨ ਕੇ ਚੱਲ ਰਹੇ ਆ, ਮੋਦੀ ਸਾਹਿਬ ਦੇ ਰਾਈਵਲ ਵਜੋਂ, ਸ਼ਰੀਕ ਵਜੋਂ, ਪ੍ਰਧਾਨ ਮੰਤਰੀ ਦੇ ਦਾਅਵੇਦਾਰ ਨੇ। ਪਰ ਵੇਖਣ ਵਾਲੀ ਗੱਲ ਆ ਕਿ ਜਿੱਥੋਂ ਉਹ ਆਪਣੀਆਂ ਤਾਕਤਾਂ ਲੈ ਕੇ ਤੁਰਦੇ ਆ, ਉਹ ਤਾਕਤ ਬੜੀ ਨਗੂਣੀ ਜਿਹੀ ਤੇ ਬੜੀ ਕਮਜ਼ੋਰ ਤਾਕਤ ਹੈ, ਔਰ ਉਸ ਕਮਜ਼ੋਰ ਤਾਕਤ ਨੂੰ ਹੋਰ ਕਮਜ਼ੋਰ ਕਰਨ 'ਚ ਕੇਂਦਰੀ ਸੱਤਾ ਕੋਈ ਮਿੰਟ ਨਹੀਂ ਲਾ ਰਹੀ। ਉਹਨਾਂ ਨੂੰ ਪਤਾ ਜਿੱਥੋਂ ਕੇਜਰੀਵਾਲ ਸਾਹਿਬ ਨੂੰ ਰਾਹ ਦਿੱਤਾ, ਫਿਰ ਇਹਨਾਂ ਸਾਨੂੰ ਰਾਹ ਨਹੀਂ ਦੇਣਾ। ਸੁਭਾਸਕਰ ਸਾਹਿਬ ਕੁਝ ਕਹਿਣਾ ਚਾਹ ਰਹੇ? ਦੇਖੋ, ਸਿਆਣੇ ਕਹਿੰਦੇ ਨੇ ਖੀਰ ਠੰਡੀ ਕਰਕੇ ਖਾਓ। 11 ਮਾਰਚ ਨੂੰ ਇਹ ਆਰਡਰ ਆਏ, ਤੁਸੀਂ ਬਿਲਕੁਲ ਠੀਕ ਕਿਹਾ, ਉਸ ਦਿਨ ਹੀ ਐਕਸ਼ਨ ਦੇ ਮੋਡ ਦੇ ਵਿੱਚ ਆ ਗਏ ਸੀ ਕੇਜਰੀਵਾਲ। ਪਰ ਉਹ ਠੰਡੀ ਕਰਕੇ ਖੀਰ ਹਜੇ, ਜਾਂ ਤੁਸੀਂ ਗਰਮ ਖੀਰ ਦੇ ਵਿੱਚ ਹੀ ਮੂੰਹ ਪਾ ਦੋਗੇ ਤੇ ਤੁਹਾਡਾ ਮੂੰਹ ਸੜ ਤੇ ਜਾਏਗਾ। ਇਸ ਕੇਸ ਦੇ ਵਿੱਚ ਤੇ ਏਦਾਂ ਲੱਗਦਾ ਹਜੇ ਖੀਰ ਖਾਣੀ ਬਾਕੀ ਸੀਗੀ, ਹਜੇ ਖੀਰ ਠੰਡੀ ਵੀ ਨਹੀਂ ਹੋਈ ਸੀਗੀ ਤੇ ਅਗਲੇ ਪਤੀਲਾ ਚੱਕ ਕੇ ਉਹ ਗਏ। ਯਾਨੀ ਆਰਡੀਨੈਂਸ ਦੇ ਰੂਪ ਵਿੱਚ ਉਹਨਾਂ ਨੇ ਖੀਰ ਦਾ ਪਤੀਲਾ ਹੀ ਆਪਣੇ ਕੋਲ ਰੱਖ ਲਿਆ। ਹੁਣ ਅੱਗੇ ਚੱਲ ਕੇ ਇਹ ਖੀਰ ਦੀ ਰਾਜਨੀਤੀ ਕਿੱਥੇ ਜਾਏਗੀ? ਤੁਹਾਨੂੰ ਯਾਦ ਹੋਏਗਾ ਜਦ ਤੁਸੀਂ ਤੇਜਿੰਦਰ ਬੱਗੇ ਦਾ ਜ਼ਿਕਰ ਕਰਦੇ ਹੋ, ਪੰਜਾਬ ਸਰਕਾਰ ਬਣੀ ਸੀਗੀ ਹਜੇ, ਔਰ ਪੁਲਿਸ ਦਾ ਜੋਸ਼ ਦਮ ਉਹ ਅਜੇ ਆਇਆ ਹੀ ਸੀਗਾ, ਅਗਲਿਆਂ ਨੇ ਬੱਗਾ ਚੱਕ ਲਿਆ, ਔਰ 3 ਰਾਜਿਆਂ ਦੀ ਪੁਲਿਸ ਇੱਕ ਦੂਜੇ ਦੇ ਸਾਹਮਣੇ ਯਾਨੀ ਇੱਕ ਤਰੀਕੇ ਨਾਲ ਲੜਾਈ ਦੇ ਮੂਡ ਤੇ ਆ ਗਈ, ਔਰ ਮੁੱਦਾ ਕੀ ਸੀ? ਬੱਗਾ। ਖੀਰ ਠੰਡੀ ਕਰਕੇ ਖਾਓ। ਕੇਜਰੀਵਾਲ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਣਾ ਚਾਹੀਦਾ ਸੀਗਾ, ਪਰ ਇਸ ਮੁੱਦੇ ਦੇ ਉੱਤੇ ਵੀ ਹਜੇ 9 ਦਿਨ ਹੋਏ ਸੀ ਜਮਾ ਪਾਵਰ ਆਏ ਹੋਏ, ਤੇ ਅਗਲੇ ਉਹ ਪਾਵਰ ਛਿਨ ਕੇ ਉਹ ਗਏ। ਹੁਣ ਤੁਸੀਂ ਵੱਧ ਤੋਂ ਵੱਧ ਕੀ ਕਰ ਸਕਦੇ ਹੋ? ਸੁਪਰੀਮ ਕੋਰਟ ਵੀ ਨਹੀਂ ਇਸ ਮੁੱਦੇ ਤੇ ਕੁਝ ਕਰ ਸਕਦਾ। ਜੇ ਆਰਡੀਨੈਂਸ ਜਾਰੀ ਕਰਨ ਦਾ ਅਧਿਕਾਰ ਸਰਕਾਰ ਕੋਲ ਹੁੰਦਾ ਹੈ, ਔਰ ਅਗਲਿਆਂ ਨੇ 6 ਮਹੀਨੇ ਦੇ ਅੰਦਰ ਇਹ ਕਾਨੂੰਨ ਵੀ ਬਣਾ ਦੇਣਾ, ਤੇ ਅੱਗੇ ਚੱਲ ਕੇ ਇਸ ਮੁੱਦੇ ਦੇ ਉੱਤੇ ਸਵਾਏ ਹੱਥ ਪੈਰ ਜਾਂ ਡੰਡੀਆਂ ਚਲਾਉਣ ਤੋਂ ਤੁਸੀਂ ਕੁਝ ਨਹੀਂ ਕਰ ਸਕਦੇ। ਹੁਣ ਤੇ ਸਿਰਫ ਇੱਕੋ ਹੀ ਗੱਲ ਬਚੀ ਹੈ ਕਿ ਪਬਲਿਕ ਪਰਸੈਪਸ਼ਨ, ਪਬਲਿਕ ਕੀ ਸੋਚਦੀ ਹੈ, ਲੋਕ ਕੀ ਸੋਚਦੇ ਨੇ। ਲੋਕ ਸੋਚਣਗੇ ਕਿ ਕੇਜਰੀਵਾਲ ਉਹਨਾਂ ਨਾਲ ਧੱਕਾ ਹੋਇਆ, ਜਦ ਤੁਸੀਂ ਏਦਾਂ ਦਾ ਧੱਕਾ ਪੰਜਾਬ ਦੇ ਵਿੱਚ ਕਰਦੇ ਨਜ਼ਰ ਆਓ। ਯਾਨੀ ਸਾਰੀ ਗੱਲਾਂ ਹੁਣ ਪਰਸੈਪਸ਼ਨ ਤੇ ਖੜੀ ਹੈ। ਪਰਸੈਪਸ਼ਨ ਕਿਹਦੇ ਨਾਲ ਤੇ ਕਿੱਦਾਂ, ਕਿਹਨੂੰ ਜਿਤਾਉਂਦੀ ਹੈ, ਕਿਹਨੂੰ ਹਟਾੜਦੀ ਹੈ, ਫਿਲਹਾਲ ਪਤੀਲਾ ਉਹਨਾਂ ਕੋਲ ਹੈਗਾ। ਦੇਖੋ, ਬੱਗੇ ਵਰਗਾ ਬੰਦਾ ਜਿਹੜਾ ਬਹੁਤ ਹੀ ਸਧਾਰਨ ਪੱਧਰ ਦਾ ਇੱਕ ਵਰਕਰ ਸੀ, ਔਰ ਉਹਦੀ ਕੋਈ ਛਵੀ ਬਹੁਤੀ ਵਧੀਆ ਨਹੀਂ ਸੀ। ਮੈਂ ਬਤੌਰ ਸਿੱਖ ਕਦੇ ਵੀ ਕਿਸੇ ਨੂੰ ਕਿਸੇ ਦੇ ਚੈਂਬਰ 'ਚ ਵੜ ਕੇ ਕੁੱਟਮਾਰ ਕਰਦਿਆਂ ਵੇਖਣਾ ਨਹੀਂ ਚਾਹੂੰਗਾ। ਜਿਵੇਂ ਪ੍ਰਸ਼ਾਂਤ ਭੂਸ਼ਣ ਨਾਲ ਜਾਂ ਕਿਸੇ ਦੇ ਜੁੱਤੀ ਸੁੱਟ ਦੇਣੀ, ਇਹ ਗੱਲਾਂ ਜਿਹੜੀਆਂ ਇੱਕ ਬਹੁਤੀਆਂ ਚੰਗੀਆਂ ਨਹੀਂ, ਸਿਆਹੀ ਸੁੱਟ ਦੇਣੀ। ਸੋ ਬੱਗਾ ਕੋਈ ਬਹੁਤ ਇੱਜ਼ਤ ਦਾ ਲਖਾਇਕ ਨਹੀਂ ਸੀ। ਕੇਜਰੀਵਾਲ ਸਾਹਿਬ ਨੇ ਉਹਨੂੰ ਬੱਬਰ ਸ਼ੇਰ ਵਾਂਗ ਬਣਾਤਾ। ਹੁਣ ਬੀਜੇਪੀ 'ਚ ਉਹਦੀ ਪੂਰੀ ਵਕਤ ਹੋਊਗੀ। ਇਹ ਤੁਸੀਂ ਜਦੋਂ ਫੈਸਲੇ ਲੈ ਰਹੇ ਹੁੰਦੇ ਹੋ, ਤੁਸੀਂ ਕੰਪੈਰੀਟਿਵਲੀ ਦੇਖਣਾ ਹੁੰਦਾ ਕਿ ਤੁਸੀਂ
ਤੁਸੀਂ ਕਿਸ ਤਰ੍ਹਾਂ ਦੀ ਲੀਕ ਖਿੱਚਣਾ ਚਾਹੁੰਦੇ ਹੋ ਕਿ ਤੁਸੀਂ ਜਿਹੜੇ ਪਹਿਲੇ ਖਿੱਚ ਰਹੇ ਆ ਔਰ ਜੇ ਗਲਤ ਖਿੱਚ ਰਹੇ ਆ ਤਾਂ ਤੁਸੀਂ ਉਹਨਾਂ ਤੋਂ ਵੱਡੀ ਗਲਤ ਖਿੱਚ ਦਿਓਗੇ? ਇਹ ਸਵਾਲ ਰਹਿਣਗੇ। ਇੰਦਰਪ੍ਰੀਤ ਜੀ, ਕਟਾਰੂ ਚੱਕ ਦਾ ਮਾਮਲਾ ਸੁਰਖੀਆਂ ਬਟੋਰ ਗਿਆ। ਫਿਰ ਸਰਕਾਰ ਸਿਧਾਂਤਕ ਫੈਸਲਾ ਲੈਣ ਦੇ ਮੂਡ 'ਚ ਹੈ ਨਹੀਂ ਗੀ। ਕਟਾਰੂ ਚੱਕ ਨੇ ਆਪਣਾ ਕੰਮ ਸ਼ੁਰੂ ਕਰਤਾ, ਉਹ ਮੀਟਿੰਗਾਂ ਵੀ ਕਰ ਰਿਹਾ, ਪ੍ਰੈਸ ਬਰੀਫਿੰਗ ਵੀ ਥੋੜੀ ਬਹੁਤੀ ਕਰਨੀ ਉਹਨਾਂ ਸ਼ੁਰੂ ਕਰ ਦਿੱਤੀ ਆ। ਲੇਕਿਨ ਜਿਸ ਲੜਕੇ ਨੇ ਆਪਣੇ ਨਾਲ ਜ਼ਿਆਦਤੀ ਦੇ ਦੋਸ਼ ਲਾਏ ਸੀ, ਸ਼ਿਕਾਇਤ ਕਰਤਾ, ਜਿਹਨੂੰ ਕਹਿੰਦੀ ਸੀ SIT, ਭਾਰਗਵ ਸਾਹਿਬ ਵਾਲੀ SIT, ਵੀ ਉਹ ਤਾਂ ਲਾਪਤਾ ਜਿਹਾ ਦਿਸਦਾ ਹੈ, ਕੋਈ ਉਹਦੇ ਨਾਲ ਸੰਪਰਕ ਨਹੀਂ ਹੋ ਰਿਹਾ। ਹੁਣ ਉਹਨੇ ਇੱਕ ਪੱਤਰ ਭੇਜ ਕੇ ਕਿਹਾ ਕਿ ਮੈਨੂੰ ਵੀਡੀਓ ਕਾਨਫਰੰਸਿੰਗ ਤੇ ਲੈ ਲਓ ਔਰ ਮੈਨੂੰ ਜੋ ਪੁੱਛਣਾ ਪੁੱਛੋ, ਮੈਂ ਦੱਸਣ ਨੂੰ ਤਿਆਰ ਹਾਂ। ਕੀ ਝਿਜਕ ਆ, ਕੀ ਮੁਸ਼ਕਲ ਆ? ਖਹਿਰਾ ਸਾਹਿਬ ਵੀ ਕੁੱਦੇ ਹੋਏ ਇਹਦੇ ਵਿੱਚ, ਉਹ ਵੀ ਕੁਝ ਕਹਿ ਰਹੇ ਆ ਵੀ ਜਿਸ ਬੰਦੇ ਨੇ ਉਹਨੂੰ ਲਿਆਂਦਾ ਸੀ ਸਰਪੰਚ, ਕੋਈ ਉਹਨੂੰ ਵੀ ਘੇਰੇ 'ਚ ਲਿਆਂਦਾ ਹੋਇਆ। ਰੰਧਾਵਾ ਸਾਹਿਬ, SIT ਬਣੇ ਨੂੰ ਵੀ ਹੁਣ ਕਾਫੀ ਟਾਈਮ ਹੋ ਗਿਆ ਔਰ ਆਪਾਂ ਪਿਛਲੇ 2 ਦਿਨ ਪਹਿਲਾਂ ਇਹ ਡਿਸਕਸ ਵੀ ਕੀਤਾ ਸੀ ਕਿ SIT ਦੇ ਇੱਕ ਮੈਂਬਰ ਨੇ ਕਿਹਾ ਹੈ ਕਿ ਅਸੀਂ ਉਹਨਾਂ ਦੇ ਘਰ ਜਾ ਕੇ ਆਏ ਹਾਂ, ਉੱਥੇ ਤਾਲਾ ਲੱਗਿਆ ਹੋਇਆ, ਜਿਹੜਾ ਸ਼ਿਕਾਇਤਕਰਤਾ ਕੇਸ਼ਵ ਕੁਮਾਰ ਹੈ, ਔਰ ਉਹਨਾਂ ਦੇ 20 ਤੋਂ ਕਰੀਬ ਰਿਲੇਟਿਵ ਨੂੰ ਵੀ ਮਿਲੇ ਆ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜਦੋਂ ਵੀ ਉਹਨਾਂ ਨਾਲ ਕੰਟੈਕਟ ਕਰੋ ਜਾਂ ਉਹਨਾਂ ਦਾ ਤੁਹਾਡੇ ਨਾਲ ਕੰਟੈਕਟ ਹੋਵੇ ਤਾਂ ਸਾਨੂੰ ਥਾਣੇ 'ਚ ਰਿਪੋਰਟ ਕਰੋ ਤਾਂ ਕਿ ਅਸੀਂ ਉਹਨੂੰ ਸਿਕਿਉਰਿਟੀ ਦੇ ਸਕੀਏ। ਕੱਲ ਜਿਹੜਾ ਕੇਸ਼ਵ ਕੁਮਾਰ ਨੇ ਲੈਟਰ ਲਿਖਿਆ, ਇਸ ਖਬਰ ਦੇ ਆਧਾਰ ਤੇ ਹੀ ਉਹਨੇ ਇਹ ਲੈਟਰ ਲਿਖਿਆ। ਉਹਨੇ ਇਹ ਲਿਖਿਆ ਕਿ ਮੈਨੂੰ ਪਤਾ ਚੱਲਿਆ ਕਿ ਵੀ ਮੈਂ ਘਰ ਨਹੀਂ ਆ ਤੇ ਤੁਸੀਂ ਮੇਰੇ ਘਰ ਗਏ ਸੀਗੇ, ਤੇ ਮੈਂ ਦੱਸਣਾ ਚਾਹੁੰਦਾ ਕਿ ਮੈਂ ਤਾਂ ਪੰਜਾਬ ਤੋਂ ਬਾਹਰ ਆ ਗਿਆ, ਬੜੀ ਮੁਸ਼ਕਿਲ ਨਾਲ ਬਾਹਰ ਨਿਕਲਿਆ, ਕਿਉਂਕਿ ਮੇਰੀ ਜਾਨ ਨੂੰ ਉੱਥੇ ਮੰਤਰੀ ਤੇ ਉਹਦੇ ਬੰਦਿਆਂ ਤੋਂ ਖਤਰਾ ਹੈ ਔਰ ਮੇਰੇ ਪਰਿਵਾਰ ਨੂੰ ਵੀ ਖਤਰਾ ਹੈ, ਉਹ ਕਿਸੇ ਵੀ ਤਰੀਕੇ ਨਾਲ ਗਲਤ ਤਰੀਕੇ ਨਾਲ ਫਸਾ ਸਕਦੇ ਆ। ਸੋ ਉਹਨਾਂ ਨੇ ਕਿਹਾ ਵੀ ਜੋ ਵੀ ਤੁਸੀਂ ਪੁੱਛਤਾਛ ਕਰਨੀ ਹੈ ਜਾਂ ਜੋ ਕੁਝ ਵੀ ਕਰਨਾ ਹੈ ਉਹ ਵੀਡੀਓ ਕਾਨਫਰੰਸਿੰਗ ਰਾਹੀਂ ਕਰ ਲਓ ਜਾਂ ਫਿਰ ਕੋਈ ਇਹੋ ਜਿਹੀ ਥਾਂ ਤੇ ਕਰ ਲਓ ਜਿੱਥੇ ਮੇਰੀ ਜਾਨ ਨੂੰ ਖਤਰਾ ਨਾ ਹੋਵੇ। ਮੇ ਵੀ ਉਹ ਦਿੱਲੀ ਦਾ ਕਹਿ ਰਹੇ ਹੋਣ ਜਾਂ ਕਿਸੇ ਹੋਰ ਸਟੇਟ ਦਾ ਕਹਿ ਰਹੇ ਹੋਣ ਕਿ ਵੀ ਉੱਥੇ ਜਾ ਕੇ ਮੇਰੇ ਤੋਂ ਪੁੱਛਤਾਛ ਕਰ ਲਓ ਜਿਹੜੀ ਕਰਨੀ ਹੈ। ਸੋ ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੰਤਰੀ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ, ਜੋ ਠੀਕ ਹੈ, ਅਜੇ ਤੱਕ ਤਾਂ ਮੰਤਰੀ ਦੇ ਖਿਲਾਫ ਕੋਈ ਨੈਤਿਕਤਾ ਦੇ ਆਧਾਰ ਤੇ ਤਾਂ ਕੋਈ ਐਕਸ਼ਨ ਨਹੀਂ ਕੀਤਾ ਗਿਆ ਜਿਹੜਾ ਕਿ ਕਰਨਾ ਬਣਦਾ ਸੀਗਾ। ਪਰ ਕਿਉਂਕਿ ਉਸ ਦਿਨ ਵੀ ਆਪਾਂ ਇਹ ਡਿਸਕਸ ਕਰ ਰਹੇ ਸੀ ਵੀ ਕਾਨੂੰਨੀ ਇਹ ਜੀ ਕਿਹੜੀਆਂ ਧਾਰਾਵਾਂ ਲਗਾਣਗੇ ਜਿਸ ਦੇ ਖਿਲਾਫ ਐਕਸ਼ਨ ਲਿਆ ਜਾ ਸਕਦਾ ਹੈ, ਜਿਹੜੀ ਤਾਂ ਅਸਤੀਫਾ ਹੋਊਗਾ ਉਹ ਟੋਟਲ ਨੈਤਿਕਤਾ ਦੇ ਆਧਾਰ ਤੇ ਹੀ ਹੋਣਾ ਹੈ। ਸੋ ਇਹ ਮੈਨੂੰ ਕੰਸੋਆਂ ਤਾਂ ਹੈਗੀਆਂ ਨੇ ਕਿ ਹੋਣਾ ਤਾਂ ਜ਼ਰੂਰ ਹੈ, ਉਹ ਅੱਜ ਹੋ ਜਾਏ ਜਾਂ ਕੱਲ ਹੋ ਜਾਏ, ਇਹਦਾ ਟਾਈਮ ਹੈ। ਜਿਸ ਤਰ੍ਹਾਂ ਫੌਜਾ ਸਿੰਘ ਸਰਾਰੀ ਨੂੰ ਵੀ ਇਸ ਤਰ੍ਹਾਂ ਹੀ ਟਾਈਮ ਦਿੱਤਾ ਹੋਇਆ ਸੀ, ਕਾਫੀ ਦੀਵਾਲੀ ਉਹਨਾਂ ਦੀ ਮਨਾ ਲਈ ਸੀ ਉਹਨਾਂ ਨੇ, ਉਸ ਤੋਂ ਬਾਅਦ ਉਹਨਾਂ ਨੂੰ ਜਾ ਕੇ ਕਿਤੇ ਕੈਬਨਿਟ ਚੋਂ ਕੱਢਿਆ ਸੀਗਾ। ਸੋ ਮੈਨੂੰ ਲੱਗਦਾ ਕਿ ਜਾਂ ਉਹਨਾਂ ਨੇ ਅਸਤੀਫਾ ਦਿੱਤਾ ਸੀ, ਮੈਂ ਕੱਢਿਆ ਤਾਂ ਨਹੀਂ ਕਹੂੰਗਾ, ਉਹਨਾਂ ਨੇ ਅਸਤੀਫਾ ਦਿੱਤਾ ਸੀਗਾ, ਤੇ ਮੈਨੂੰ ਲੱਗਦਾ ਕਿ ਇੱਥੇ ਵੀ ਸ਼ਾਇਦ ਇਸੇ ਤਰ੍ਹਾਂ ਦਾ ਹੀ ਹੋਏਗਾ। ਗਵਰਨਮੈਂਟ ਇਹ ਮੈਸੇਜ ਨਹੀਂ ਦੇਣਾ ਚਾਹੁੰਦੀ ਕਿ ਉਹ ਜਿਹੜੀ ਓਪੋਜੀਸ਼ਨ ਪਾਰਟੀਆਂ ਦੇ ਦਬਾਅ ਥੱਲੇ ਹੈ। ਜਦੋਂ ਸਾਰਾ ਕੁਝ ਸ਼ਾਂਤ ਹੋ ਜਾਏਗਾ ਉਦੋਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਵਸੀਲਾ ਬਣਾਇਆ ਜਾਊਗਾ ਕਿ ਅਸੀਂ ਰਿਪੋਰਟ ਕਾਰਡ ਸਾਰਿਆਂ ਦੇ ਲੈ ਰਹੇ ਹਾਂ ਤੇ ਉਹਦੇ ਵਿੱਚ ਕਟਾਰੂ ਚੱਕ ਸਾਹਿਬ ਜਿਹੜੇ ਹੈਗੇ ਆ ਉਹ ਸਹੀ ਸਾਬਿਤ ਨਹੀਂ ਹੋਏ, ਠੀਕ ਨਹੀਂ ਸੀ ਉਹਨਾਂ ਦਾ ਕੰਮ, ਇਸ ਕਰਕੇ ਉਹਨਾਂ ਨੂੰ ਹਟਾਤਾ ਗਿਆ। ਇਸ ਤਰ੍ਹਾਂ ਦਾ ਹੀ ਕੋਈ ਹੋਊਗਾ, ਕਰਨਾ ਜ਼ਰੂਰ ਆ ਉਹਨਾਂ ਨੇ, ਇਹ ਨਹੀਂ ਹੋ ਸਕਦਾ ਕਿ ਨਿਆਂ ਕੀਤਾ ਜਾਏ। ਜੀ, ਇੱਕ ਰੀਸ਼ਫਲ ਮੰਤਰੀ ਮੰਡਲ ਦੇ ਵਿੱਚ ਦਰਕਾਰ ਵੀ ਹੈ ਔਰ ਉਹ ਰੀਸ਼ਫਲ ਲਈ ਕੋਈ ਢੁਕਵੀਂ ਜੇ ਮੁਹੂਰਤ ਡੇਟ ਕੱਢ ਕੇ ਜਦੋਂ ਕੀਤਾ ਜਾਊਗਾ ਤੇ ਉਦੋਂ ਅਸ਼ੋਕਲੇ ਜੇ ਕਟਾਰੂ ਚੱਕ ਸਾਹਿਬ ਉਸ ਮੰਤਰੀ ਮੰਡਲ ਦਾ ਹਿੱਸਾ ਨਹੀਂ ਰਹਿਣਗੇ, ਕੋਈ ਨਵੇਂ ਮੰਤਰੀ ਸਹੁੰ ਚੁੱਕ ਲੈਣਗੇ। ਵੱਡੀ ਗੱਲ ਨਹੀਂ, ਕੋਈ ਦੁਆਬੇ ਦੇ ਵਿੱਚੋਂ ਸਹੁੰ ਚੁੱਕੇ ਔਰ ਹੋਵੇ ਵੀ ਉਹ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ, ਇਹ ਵੀ ਗੱਲ ਸੁਣੀ ਦੀ ਹੈ। ਭਾਸਕਰ ਸਾਹਿਬ, ਇਹਦੇ ਉੱਤੇ ਹਲਕੀ ਟਿੱਪਣੀ, ਛੋਟੀ ਜਿਹੀ ਟਿੱਪਣੀ ਦਿਓ। ਤੇ ਮੈਂ ਚਾਹੁੰਦਾ ਵੀ ਆਪਾਂ ਸੁਖਵਿਲਾ ਵਾਲਾ ਨਵਾਂ ਸੱਪ ਕੱਢਿਆ ਧਾਲੀਵਾਲ ਨੇ, ਜਿਹੜਾ ਇਹ ਸੱਪ ਹੀ ਆ, ਖਬਰ ਵੱਡੀ ਕਰਨ ਲਈ ਕੱਢਿਆ, ਕਿਉਂਕਿ ਉਦਾਂ ਵੀ ਅਸੀਂ ਜ਼ਮੀਨਾਂ ਕਬਜ਼ਾ ਲਾਂਗੇ, ਅਸੀਂ ਜ਼ਮੀਨਾਂ ਛਡਾ ਲਾਂਗੇ ਤੇ ਖਬਰ ਹੀ ਨਹੀਂ ਬਣਦੀ। ਲੋਕ ਕਹਿੰਦੇ ਇਹ ਕਿਹੜੀ ਗੱਲ ਆ, ਅੱਗੇ ਬਹੁਤੀਆਂ ਛਡਾਈਆਂ ਤੇ ਵਾਪਸ ਆ ਗਈਆਂ, ਕਿਸੇ ਨੇ ਕੋਰਟ ਚੋਂ ਲੈਂਦਾ, ਕਿਸੇ ਨੇ ਕੁਛ। ਤੇ ਜੇ ਇਹੋ ਜੀ ਕੋਈ ਸ਼ੁਰਲੀ ਨਾ ਛੱਡਦੇ ਤੇ ਸ਼ਾਇਦ ਖਬਰ ਨਹੀਂ ਸੀ ਬਣਨੀ। ਇਹ ਵੀ ਗੱਲ ਨਾਲ ਤੋੜ ਦਿਓ ਕਿ ਜਾਂ ਸੱਚੀ ਕੁਝ ਹੈਗਾ। ਜਿੱਥੇ ਤੱਕ ਕਟਾਰੂ ਚੱਕ ਉਹਨਾਂ ਦਾ ਮਾਮਲਾ ਹੈਗਾ, ਉਹਦੇ ਵਿੱਚ ਦੇਖੋ SIT ਬਣੀ, ਉਹਨਾਂ ਨੇ ਇਹ ਗੱਲ ਕਹਿ ਕੇ, ਕਿਉਂਕਿ SIT ਦੀ ਪਹਿਲੀ ਜਦ ਖਬਰ ਛਪੀ ਉਹਦੇ ਵਿੱਚ ਇਹ ਗੱਲ ਕਹੀ ਕਿ ਵੀ ਆਪਾਂ ਘਰ ਗਏ, 20 ਰਿਸ਼ਤੇਦਾਰਾਂ ਨੂੰ ਮਿਲੇ, ਉਹ ਕੇਸ਼ਵ ਤੁਹਾਨੂੰ ਨਹੀਂ ਮਿਲਿਆ, ਅਸੀਂ ਤੇ 2 ਪੁਲਿਸ ਵਾਲੇ ਵੀ ਨਾਲ ਲੈ ਕੇ ਗਏ ਸੀ ਵੀ ਕੇਸ਼ਵ ਜੀ ਇਹ ਸਿਕਿਉਰਿਟੀ ਲੈ ਲਓ। ਹੁਣ ਕੇਸ਼ਵ ਉਹਨਾਂ ਇੱਕ ਚਿੱਠੀ ਲਿਖਦੇ ਨੇ, ਔਰ ਚਿੱਠੀ ਵੀ ਕਿੱਥੋਂ ਲਿਖਦੇ ਨੇ, ਬਾਹਰ ਖੁਦ ਕਹਿ ਰਿਹਾ ਕੇਸ਼ਵ ਕਿ ਵੀ ਮੈਂ ਬਾਹਰ ਹੈਗਾ ਤੇ ਬਾਹਰੋਂ ਮੈਂ ਚਿੱਠੀ ਲਿਖ ਰਿਹਾ, ਦਿੱਲੀ ਆ ਜਾਓ ਜੇ ਮੇਰੇ ਤੋਂ ਕੋਈ ਪੁੱਛਗਿੱਛ ਕਰਨੀ ਹੈ। ਦਿੱਲੀ ਦੇ ਬਾਰੇ ਤੋਂ ਉਹਨਾਂ ਨੇ ਸਪੈਸੀਫਿਕ ਕਿਹਾ, ਜਾਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਤੁਸੀਂ ਮੇਰੇ ਨਾਲ ਗੱਲਬਾਤ ਕਰ ਲਓ। ਇਹਦੇ ਪਿੱਛੇ ਜਿਹੜੀ ਉਹ ਲੋਕ ਬੈਠੇ ਨੇ ਨਾ, ਖਾਸ ਕਰਕੇ ਸੁਖਪਾਲ ਸਿੰਘ ਖਹਿਰਾ, ਉਹਨਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਸਾਰੀ ਗੱਲਾਂ ਨੂੰ ਉਜਾਗਰ ਕੀਤਾ ਸੀਗਾ। ਇਹ ਰਾਏ ਦੂਜੇ ਪਾਸੋਂ ਹੀ ਮਿਲ ਰਹੀ ਹੈ।
ਕਟਾਰੂ ਚੱਕ ਉਹਨਾਂ ਚਾਹੁੰਦੇ ਨੇ ਕੇਸ਼ਵ ਆ ਜਾਏ, ਆਪਾਂ ਪਿਆਰ ਨਾਲ ਸਮਝਾ ਲਾਂਗੇ ਤੇ ਗੱਲ ਨੂੰ ਪੂਰਾ ਪਰਾ ਹੋ ਜਾਏਗੀ ਗੱਲ। ਪਰ ਕੇਸ਼ਵ ਦਿੱਲੀ ਕੋਈ ਆਉਣ ਦਿੰਦਾ ਉਹਨੂੰ ਉੱਥੇ? ਉਹ ਹੁਣ ਜਾਣਬੁੱਝ ਕੇ ਕਟਾਰੂ ਚੱਕ ਉਹਨਾਂ ਨਾਲ ਇੱਕ ਤਰੀਕੇ ਨਾਲ ਦੂਰੀਆਂ ਬਣਾਈ ਜਾ ਰਹੀ ਹੈ। SIT ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੁੱਛਗਿੱਛ ਕਰੇ, ਇਹਦੇ ਉੱਤੇ ਜ਼ੋਰ ਪਾਇਆ ਜਾ ਰਿਹਾ ਔਰ ਪਾਣਾ ਵੀ ਚਾਹੀਦਾ। ਇਹ ਰਣਨੀਤੀ ਹੋਣੀ ਵੀ ਚਾਹੀਦੀ ਹੈ। ਹੁਣ ਅਗਰ SIT ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅਗਰ ਸੁਣਵਾਈ ਨਹੀਂ ਕਰਦੀ, ਹੁਣ ਕਟਾਰੂ ਚੱਕ ਉਹਨਾਂ ਨਾਲ ਤੇ ਉਹਨਾਂ ਨੇ ਪੁੱਛਗਿੱਛ ਕੀਤੀ ਨਹੀਂ, ਕੇਸ਼ਵ ਨੂੰ ਉਹ ਲੱਭ ਰਹੇ ਨੇ ਕਿ ਵੀ ਤੁਹਾਡੇ ਕੋਲੋਂ ਪੁੱਛਗਿੱਛ ਕਰਨੀ ਹੈ, ਆ ਜਾਓ। ਉਹ ਕਹਿੰਦੇ ਮੈਂ ਤੇ ਆਣਾ ਨਹੀਂ, ਲੇਕਿਨ ਤੁਸੀਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਕਰ ਲਓ। ਇਹ ਮੁੱਦਾ ਹਜੇ ਅੱਗੇ ਚੱਲਣਾ ਹੈ। ਕਟਾਰੂ ਚੱਕ ਉਹਨਾਂ ਦੇ ਅਗੇਂਸਟ ਕਾਰਵਾਈ, ਤੁਹਾਡੀ ਗੱਲ ਠੀਕ ਹੈ, ਗੱਜ ਵੱਜ ਕੇ ਨਹੀਂ ਕਰਨਗੇ। ਅੱਗੇ ਕੋਈ ਗੱਲ ਚਲੇਗੀ ਜੀ ਕਟਾਰੀ ਚੱਕ ਉਹਨਾਂ ਨੇ ਆਪਣੀ ਆਪ ਹੀ ਰਿਜ਼ਾਈਨ ਦੇ ਦਿੱਤਾ ਤੇ ਅਸੀਂ ਉਹਨਾਂ ਨੂੰ ਵਿਹਲੇ ਕਰਤਾ, ਐਦਾਂ ਦਾ ਕੋਈ ਰਾਹ ਲੱਭਣ ਦੀ ਕੋਸ਼ਿਸ਼ ਸਰਕਾਰ ਜ਼ਰੂਰ ਕਰੇਗੀ। ਹਾਂ, ਉਹ ਸੁਖ ਵਿਲਾਸ ਦੀ ਗੱਲ ਕਰਨੀ ਜਿਹਦੇ ਲੱਗਦੀ ਹੈ। ਧਾਰੀਵਾਲ ਸਾਹਿਬ ਕੱਲ ਫਿਰ ਪਹਿਲੇ, ਉਸ ਤੋਂ ਪਹਿਲੇ ਇੱਕ ਦਿਨ ਪਹਿਲੇ ਵੀ ਐਕਸ਼ਨ ਸੀਗੇ, ਜਦ BDPO ਉਹਨਾਂ ਦੀ ਮੀਟਿੰਗ ਬੁਲਾਈ ਸੀਗੀ ਤੇ ਉਹਨਾਂ ਨੂੰ ਵੀ ਟੀਚੇ ਦੇ ਦਿੱਤੇ ਸੀ 10 ਜੂਨ ਤੇ ਵੀ ਤੁਹਾਡੇ ਏਰੀਆ ਦੇ ਵਿੱਚ ਜਿੰਨੀ ਵੀ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਿਸੇ ਦਾ ਵੀ ਕਬਜ਼ਾ ਛੁਡਾਓ। 10 ਜੂਨ ਤੁਹਾਨੂੰ ਡੇਟ ਦਿੱਤੀ ਹੈ। ਉਸ ਤੋਂ ਅਗਲੇ ਦਿਨ ਮੁੱਖ ਮੰਤਰੀ ਦਾ ਉਹ ਟਵੀਟ ਆਉਂਦਾ ਹੈ 31 ਮਈ ਤੱਕ ਧਨਾੜ ਜਿੰਨੇ ਵੀ ਲੋਕ ਜਿਨ੍ਹਾਂ ਦੀ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ੇ ਹੈਗੇ ਨੇ ਆਪ ਛੱਡ ਦਿਓ, ਨਹੀਂ ਤੇ ਉਹ ਚਰਚੇ ਖਰਚੇ ਪਰਚੇ ਵਾਲੀ ਗੱਲ ਜਿਹੜੀ ਪਿਛਲੇ ਸਾਲ 30 ਜੂਨ ਦੀ ਡੇਟ ਦਿੰਦੇ ਹੋਏ ਸਰਕਾਰ ਨੇ ਕੀਤੀ ਸੀ, ਉਹੀ ਗੱਲ ਹੁਣ ਐਤਕੀ ਵੀ ਕੀਤੀ ਹੈ। ਪਿਛਲੀ ਗੱਲ ਦੇ ਵਿੱਚ ਤੇ ਐਤਕੀ ਵਾਲੀ ਗੱਲ ਦੇ ਵਿੱਚ ਫਰਕ ਐਵੇਂ ਹੈ, ਕਹਿੰਦੇ ਜੂਨ 1 ਤੋਂ ਐਤਕੀ ਅਸੀਂ ਬਹੁਤ ਸਖਤ ਹੋ ਜਾਣਾ ਹੈ ਤੇ ਅਸੀਂ ਫੇਰ ਨਾ ਕਹਿਣਾ ਅਸੀਂ ਸਖਤ ਹੋ ਗਏ। ਪਹਿਲੇ ਵੀ ਉਹਨਾਂ ਨੇ ਕਿਹਾ ਤੇ ਇਹੀ ਸੀਗਾ ਜਦ ਚਰਚੇ ਪਰਚੇ ਖਰਚੇ ਦੀ ਗੱਲ ਕਰਦੇ ਸੀ, ਪਰ ਪਿਛਲੀ ਵਾਰ ਉਹ ਡੈਡਲਾਈਨ ਲੰਘਣ ਤੋਂ ਬਾਅਦ ਕੋਈ ਐਕਸ਼ਨ ਲਿੱਤਾ। 2828 ਏਕੜ ਦੇ ਉੱਤੇ ਕਬਜ਼ੇ ਦੀ ਗੱਲ ਤੇ ਸਰਕਾਰ ਨੇ ਵਾਪਸ ਲੈਣ ਦੀ ਕੀਤੀ ਸੀਗੀ, ਉਹਨਾਂ ਦੇ ਵਿੱਚੋਂ ਵੀ ਕਾਫੀ ਸਾਰੇ ਕੋਰਟ ਕੇਸਿਸ ਹੋ ਗਏ ਨੇ। ਉਹ ਜਿਹੜੇ ਮਾਨ ਸਿੰਘ ਮਾਨ, ਜਿਹੜੇ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਬੇਟੇ, ਉਹ ਹਜੇ ਤੱਕ ਕਹਿੰਦੇ ਨੇ ਵੀ ਸਾਡੀ ਜਿਹੜੀ ਹੈ ਜਿੰਨੀ ਕੋਈ ਏਕੜ ਇਹਨਾਂ ਨੇ ਦਿਖਾਈ ਹੈ ਉਹ ਸਾਨੂੰ ਦੱਸਦੇ ਦਿਨ ਕਿੱਥੇ ਹੈਗੀ ਹੈ। ਉਸ ਦੇ ਉੱਤੇ ਕੋਰਟ ਕੇਸਿਸ ਵੀ ਹੋ ਗਏ ਨੇ। ਜੋਰਾ ਸਿੰਘ ਉਹਨਾਂ ਜਿਹੜੇ ਬਿਲਡਰ ਸੀਗੇ ਉਹਨਾਂ ਨੇ ਵੀ ਇੱਕ ਕੋਰਟ ਕੇਸ ਕੀਤਾ ਸੀਗਾ। ਹੁਣ 3603 ਏਕੜ ਦੀ ਜਦ ਪਿਛਲੇ ਸਾਲ ਗੱਲ ਕੀਤੀ ਸੀਗੀ, ਉਸ ਤੋਂ ਬਾਅਦ ਕਾਰਨ ਕੀ ਸੀਗਾ ਕਿ ਹਜੇ ਤੱਕ ਸਰਕਾਰ ਕੋਈ ਐਕਸ਼ਨ ਨਹੀਂ ਲੈ ਸਕੀ, ਖਾਸ ਕਰਕੇ ਉਹਨਾਂ ਵਿਅਕਤੀਆਂ ਦੇ ਖਿਲਾਫ ਜਿਨ੍ਹਾਂ ਦਾ ਨਾਂ ਸਿੱਧੇ ਤੌਰ ਤੇ ਜਸਟਿਸ ਕੁਲਦੀਪ ਸਿੰਘ ਕਮੇਟੀ ਦੇ ਵਿੱਚ ਸੀਗਾ। ਔਰ ਕਿਹਾ ਜਾਂਦਾ ਹੈ ਕਿ ਅਨੁਰਾਗ ਅਗਰਵਾਲ ਉਹਨਾਂ ਦਾ ਜੂਨ ਦੇ ਮਹੀਨੇ ਦੇ ਵਿੱਚ, ਪਿਛਲੇ ਸਾਲ ਜੂਨ ਦੇ ਮਹੀਨੇ ਦੇ ਵਿੱਚ ਇੱਕ ਆਰਡਰ ਕੱਢ ਕੇ ਸਾਰੀ ਏਦਾਂ ਦੀ ਜ਼ਮੀਨਾਂ ਨੂੰ ਨਲ ਐਂਡ ਵਾਇਡ ਡਿਕਲੇਅਰ ਕਰਤਾ ਸੀ ਕਿ ਕੋਈ ਪਰਚੇਜ਼ ਕੋਈ ਖਰੀਦ ਫਰੋਖਤ ਹੋਈ ਹੈ ਜੋ ਪੰਚਾਇਤੀ ਜ਼ਮੀਨਾਂ ਹੈਗੀਆਂ ਤੇ ਹੁਣ ਉਹਨਾਂ ਦੇ ਉੱਤੇ ਕਿਸੇ ਵੀ ਰਜਿਸਟਰੀ ਦੇ ਉੱਤੇ ਕੋਈ ਵੈਲਿਡਿਟੀ ਨਹੀਂ ਹੋਏਗੀ। ਉਸ ਤੋਂ ਬਾਵਜੂਦ ਵੀ ਸਰਕਾਰ 3603 ਏਕੜ ਖਾਲੀ ਕਿਉਂ ਨਹੀਂ ਕਰਾ ਪਾਈ? ਉਹਦੀ ਮੇਨ ਵਜ੍ਹਾ ਅੰਦਰ ਖਾਤੇ ਦੱਸੀ ਜਾ ਰਹੀ ਸੀ ਕਿ ਪੰਚਾਇਤ ਵਿਭਾਗ ਨੇ ਹੀ ਇੱਕ ਕੇਸ ਕੀਤਾ ਸੀਗਾ ਉਹਨਾਂ ਧਨਾੜਾਂ ਦੇ ਖਿਲਾਫ ਕਿ ਤੁਸੀਂ ਸਾਨੂੰ ਇਹ ਜ਼ਮੀਨ ਦਾ ਕਬਜ਼ਾ ਵਾਪਸ ਦਿਓ। ਉਹ ਕੇਸ ਵਾਪਸ ਨਹੀਂ ਲਿੱਤਾ ਸੀ ਔਰ ਉਸ ਕੇਸ ਦਾ ਹੀ ਹਵਾਲਾ ਉਹ ਧਨਾੜ ਇਸ ਗੱਲ ਕਰਕੇ ਦੇ ਰਹੇ ਸੀ ਕਿ ਵੀ ਅਸੀਂ, ਕਿਉਂਕਿ ਇਹ ਮਾਮਲਾ ਸਬ ਜੁਡਿਸ ਹੈ, ਪੰਚਾਇਤ ਵਿਭਾਗ ਨੇ ਕੇਸ ਕੀਤਾ, ਉਹ ਕੇਸ ਵਾਪਸ ਨਹੀਂ ਲਿੱਤਾ ਗਿਆ। ਜੇ ਕੇਸ ਉਹ ਵਾਪਸ ਲੈ ਲੈਂਦੇ ਤੇ ਅਨੁਰਾਗ ਅਗਰਵਾਲ ਉਹਨਾਂ ਦੇ ਆਰਡਰ ਦੇ ਰਾਹੀਂ ਉਹਨਾਂ 3603 ਏਕੜ ਦੇ ਉੱਤੇ ਕਬਜ਼ਾ ਲਿੱਤਾ ਜਾ ਸਕਦਾ ਸੀ। ਗੱਲ ਹੁਣ ਤੁਰੇ ਦੀ ਹੈ। ਹੁਣ ਉਹ ਗੱਲ ਦੇ ਵਿੱਚ ਤਲਕਾ ਇਸ ਕਰਕੇ ਵੀ ਲੱਗਿਆ ਕੱਲ ਕਿਉਂਕਿ ਧਾਲੀਵਾਲ ਸਾਹਿਬ ਨੇ ਸੁਖ ਵਿਲਾਸ ਦੀ ਵੀ ਗੱਲ ਕੀਤੀ। ਸੁਖ ਵਿਲਾਸ ਦੇ ਬਾਰੇ ਜੋ ਕਹਿੰਦੇ ਨੇ ਕਿ ਵੀ ਆਹ ਜਿਹੜਾ ਸੁਖ ਵਿਲਾਸ ਹੈ ਇਹਦੇ ਉੱਤੇ ਵੀ ਆਪਾਂ ਕਾਰਵਾਈ ਕਰਾਂਗੇ ਪਰ ਇਹਨੂੰ ਤੋੜਾਂਗੇ ਨਹੀਂ, ਇਹਨੂੰ ਸਰਕਾਰ ਕਿਰਾਏ ਤੇ ਦੇਗੀ ਕਮਰੇ। ਨਹੀਂ ਹੁਣ ਸਰਕਾਰ ਸੁਖ ਵਿਲਾਸ ਚਲਾਏਗੀ, ਇਹਦਾ ਇੰਡੀਕੇਸ਼ਨ ਦੇ ਦਿੱਤਾ। ਹਾਲਾਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਬਿਆਨ ਇਸ ਮੁੱਦੇ ਤੇ ਆਣਾ ਬਾਕੀ ਸੀਗਾ। ਹਰੀਸ਼ ਰਾਏ ਟਾਂਡਾ ਜਿਹੜੇ ਵਕੀਲ ਹੈਗੇ ਨੇ ਲੁਧਿਆਣੇ ਦੇ ਤੇ ਅਕਾਲੀ ਦਲ ਦੇ ਮੈਂਬਰ ਵੀ ਹੈਗੇ ਨੇ, ਉਹਨਾਂ ਨੂੰ ਚੜ ਗਿਆ ਗੁੱਸਾ। ਉਹਨਾਂ ਨੇ ਕਹਿ ਦਿੱਤਾ ਹੱਥ ਲਾ ਕੇ ਦੇਖੋ। ਹਾਲਾਂਕਿ ਮੈਂ ਫਿਰ ਦੁਬਾਰਾ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਇਸ ਮੁੱਦੇ ਤੇ ਹਜੇ ਤੱਕ ਬਿਆਨ ਨਹੀਂ ਆਇਆ ਸੀ, ਪਰ ਟਾਂਡਾ ਸਾਹਿਬ ਨੇ ਕਹਿ ਦਿੱਤਾ ਲਾ ਕੇ ਦੇਖੋ ਹੱਥ, ਆਪਾਂ ਸਾਰੀ ਚੀਜ਼ਾਂ, ਸਾਰੀ ਅਪਰੂਵਲ, ਸਾਰੀ ਪਰਮਿਸ਼ਨਾਂ ਸਾਡੇ ਕੋਲ ਹੈਗਾ, ਅਸੀਂ ਕੋਈ ਵੀ ਕੋਈ ਗਲਤੀ ਨਹੀਂ ਕੀਤੀ। ਔਰ ਇਸ ਗੱਲ ਦਾ ਜ਼ਿਕਰ, ਸੁਖ ਵਿਲਾਸ ਦਾ ਜ਼ਿਕਰ ਸੰਗਰੂਰ ਬਾਈ ਇਲੈਕਸ਼ਨ ਦੇ ਵਿੱਚ ਵੀ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਕੀਤਾ ਸੀਗਾ, ਪਰ ਉਸ ਜ਼ਿਕਰ ਤੋਂ ਬਾਅਦ ਕਦੀ ਇਹਦਾ ਜ਼ਿਕਰ ਨਹੀਂ ਕੀਤਾ। ਪਰ ਹਾਂ ਹੁਣ ਇਹ ਗੱਲਾਂ ਤੁਰੀਆਂ ਕਿੰਨੀ ਕੁ ਸੀਰੀਅਸ ਹੈ, ਕਿਉਂਕਿ ਸੀਰੀਅਸਨੈਸ ਦੇ ਉੱਤੇ ਤਾਂ ਹਮੇਸ਼ਾ ਡਾਊਟ ਰਹਿੰਦਾ ਹੀ ਹੈ। ਔਰ ਖਾਸ ਕਰਕੇ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਜਿਨ੍ਹਾਂ ਮੁੱਦਿਆਂ ਦੇ ਉੱਤੇ ਗੱਲ ਕਰਦੇ ਨੇ, ਭਗਤੂਪੁਰਾ ਵਾਲੇ ਮੁੱਦੇ ਦੇ ਉੱਤੇ ਵੀ ਕੁਲਦੀਪ ਸਿੰਘ ਧਾਲੀਵਾਲ ਹੀ ਸੀਗੇ ਕਿ ਰਿਪੋਰਟ ਪੂਰੀ ਹੋ ਗਈ ਹੈ, 2 IAS ਆਫੀਸਰਾਂ ਦੇ ਨਾਂ ਹੈ ਔਰ ਉਹਦੇ ਵਿੱਚ ਜੋ ਕੁਝ ਹੋਇਆ ਉਹ ਸਾਰੀ ਮੁੱਖ ਮੰਤਰੀ ਕੋਲ ਰਿਪੋਰਟ ਦੇ ਦੀ ਹੈ। ਅੱਜ ਤੱਕ ਮੁੱਖ ਮੰਤਰੀ ਨੇ ਉਸ ਮੁੱਦੇ ਦੇ ਉੱਤੇ ਕੁਝ ਵੀ ਨਹੀਂ ਕਿਹਾ। ਗੱਲਾਂ ਤੁਰਨੀ ਸ਼ੁਰੂ ਹੋਈ ਹੈ, ਕਿੰਨੀ ਕੁ ਅੱਗੇ ਤੁਰਦੀਆਂ, ਕਿੰਨੀ ਕੁ ਪਛਾਣ ਜਾਂਦੀ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਹੀ ਦੇਖਣ ਨੂੰ ਮਿਲੇਗਾ। ਜਦੋਂ ਸੰਗਰੂਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਰਿਐਕਟ ਕੀਤਾ ਸੀ ਨਾ ਮੁੱਖ ਮੰਤਰੀ ਦੇ ਬਿਆਨ ਤੇ ਉਦੋਂ ਉਹਨਾਂ ਚੁਣੌਤੀ ਦਿੱਤੀ ਸੀ ਕਿ ਤੁਸੀਂ ਸਾਬਤ ਕਰਕੇ ਵਿਖਾਓ ਵੀ ਇਹਦੇ 'ਚ ਕਮੀ ਹੈ। ਸੋ ਇਸ ਵਾਰੀ ਅਜੇ ਉਸ ਤਰ੍ਹਾਂ ਦੀ ਚੁਣੌਤੀ ਆਉਣੀ ਆ। ਇੰਦਰਪ੍ਰੀਤ ਜੀ, ਨੋਟਬੰਦੀ ਦੇ ਉੱਤੇ ਕੱਲ ਅਚਨਚੇਤ ਜਿਹੜਾ ਫੈਸਲਾ ਦਿੰਦੀ ਆ ਭਾਰਤ ਸਰਕਾਰ
2000 ਦੇ ਨੋਟ ਸਰਕੂਲੇਸ਼ਨ ਚ ਬਾਹਰ ਕੀਤੇ ਗਏ ਨੇ। ਇਹ ਆਖਰ ਰਣਨੀਤੀ ਕੀ ਸੀਗੀ? ਇਦਾਂ ਕਿਸੇ ਵੀ ਦੇਸ਼ ਦੀ ਸ਼ਾਖ ਖਰਾਬ ਨਹੀਂ ਹੁੰਦੀ, ਇਦਾਂ ਕਿਸੇ ਵੀ ਦੇਸ਼ ਦੇ ਬਾਰੇ ਦੇ ਵਿੱਚ ਅਜੀਬੋ ਗਰੀਬ ਨਜ਼ਰੀਆ ਬਣ ਜਾਂਦਾ ਹੈ ਕਿ ਤੁਸੀਂ ਇਹ ਨੋਟਬੰਦੀ ਨੂੰ ਲੈ ਕੇ, ਨੋਟ ਵਾਪਸ ਲੈਣ ਨੂੰ ਲੈ ਕੇ ਇਸ ਤਰ੍ਹਾਂ ਦੇ ਫੈਸਲੇ, ਤੁਹਾਨੂੰ ਨਹੀਂ ਲੱਗਦਾ ਕਿ ਇਹ ਬਹੁਤ ਅਣਵਿਉਂਤਿਆ ਜਿਹਾ ਸੀਗਾ? ਪਹਿਲਾਂ 2000 ਦੇ ਨੋਟ ਬਣਾਉਣੇ, ਮਾਰਕੀਟ 'ਚ ਲਿਆਉਣੇ, ਫਿਰ ਵਾਪਸ ਲੈਣੇ। ਵੈਸੇ ਤਾਂ ਕਾਫੀ ਦੇਰ ਹੋ ਗਈ, ਮੈਨੂੰ ਤਾਂ ਨਾ ਮੈਂ ਕਿਤੇ ਲਿੱਤਾ ਤੇ ਨਾ ਕਿਸੇ ਨੂੰ ਦਿੱਤਾ, ਕਿਸੇ ਏਟੀਐਮ 'ਚੋਂ ਵੀ ਨਿਕਲਦਾ ਨਹੀਂ ਦੇਖਿਆ, ਕੋਈ ਇੱਕ ਦੂਜੇ ਨਾਲ ਲੈਣ ਦੇਣ 'ਚ ਵੀ ਇਹਨੂੰ ਨਹੀਂ ਸੀ ਵਰਤ ਰਿਹਾ। ਇਹ ਨੋਟ ਗਏ ਕਿੱਥੇ ਸੀ ਜਿਹੜੇ ਹੁਣ ਬੰਦ ਕੀਤੇ? ਰੰਧਾਵਾ ਸਾਹਿਬ, ਤੁਸੀਂ ਜਿਹੜੀ ਗੱਲ ਕੀਤੀ ਹੈ, ਦੇਖੋ ਇੱਕ ਜਸਟ ਕਾਗਜ਼ ਹੈ। ਨੋਟ ਕੋਈ ਵੀ ਹੋਵੇ, ਚਾਹੇ 2000 ਦਾ ਹੋਵੇ, ਚਾਹੇ 1 ਰੁਪਏ ਦਾ ਹੋਵੇ, ਉਹ ਇੱਕ ਕਾਗਜ਼ ਹੈ। ਉਸ ਕਾਗਜ਼ ਦੇ ਉੱਤੇ ਵਿਸ਼ਵਾਸ ਹੈ ਲੋਕਾਂ ਨੂੰ ਕਿ ਹਾਂ, ਇਹ ਜਦੋਂ ਉੱਤੇ ਲਿਖਿਆ ਹੁੰਦਾ ਨਾ, ਮੈਂ ਧਾਰਕ को इतने रुपए अदा करने का वचन देता हूं, वो एक विश्वास है। बार बार ਜਿਹੜਾ ਉਹ ਵਿਸ਼ਵਾਸ ਤੋੜਨਾ, ਮਤਲਬ ਅਗਰ ਤੁਸੀਂ ਉਹ ਲੀਗਲ ਉਹਦੀ ਉਹ ਬੰਦ ਕਰ ਦਿੰਦੇ ਹੋ ਤਾਂ ਉਹ ਵਿਸ਼ਵਾਸ ਟੁੱਟ ਜਾਂਦਾ। ਸੋ ਜਿਹੜੇ ਇੱਥੇ ਬਾਰ-ਬਾਰ ਲਗਾਤਾਰ, ਮੈਨੂੰ ਲੱਗਦਾ ਕਿ ਦੂਸਰੀ ਵਾਰ ਹੋ ਗਿਆ ਵਿਦਿਨ 6-7 ਸਾਲਾਂ ਦੇ ਵਿੱਚ। ਹੁਣ ਤੁਸੀਂ ਦੇਖੋ, ਜਿਸ ਪਰਪਸ ਨਾਲ ਕੀਤਾ ਜਾ ਰਿਹਾ ਹੈ ਉਹ ਪਰਪਸ ਸੋਲਵ ਨਹੀਂ ਹੋ ਰਹੇ। ਕਿਹਾ ਜਾ ਰਿਹਾ ਵੀ ਕਾਲਾ ਧਨ ਆਣਾ ਸੀ, ਕਾਲਾ ਧਨ ਆਣਾ ਸੀ, ਤੇ ਉਹ ਤਾਂ ਸਾਰੇ ਨੋਟ ਤਾਂ 99% ਵਾਪਿਸ ਆ ਗਏ ਸੀ ਉਹਦੀ 2016 ਦੇ ਵਿੱਚ ਹੀ, ਤੇ ਫਿਰ ਰਹਿ ਕਿੱਥੇ ਗਿਆ? ਇਸ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਕਾਗਜ਼ ਦੇ ਨੋਟਾਂ ਦੀ ਬਜਾਏ ਦੂਜੇ ਨੋਟਾਂ ਤੇ ਹੋ ਰਿਹਾ। ਬਾਕੀ ਕੰਟਰੀਜ਼ 'ਚ ਤੁਸੀਂ ਦੇਖੋ, ਇੰਨੀ ਜਲਦੀ ਡੀਮੋਨਟਾਈਜੇਸ਼ਨ ਨਹੀਂ ਹੁੰਦੀ ਹੈ ਕਿ ਜਿੰਨੀ ਤੇਜ਼ੀ ਨਾਲ ਸਾਡੇ ਹੋਈ ਜਾ ਰਹੀ ਹੈ। ਅੱਜ ਡਾਲਰ 80 ਰੁਪਏ ਤੋਂ ਦੇ ਆਸ-ਪਾਸ ਹੋ ਗਿਆ, 82 ਰੁਪਏ, ਮਤਲਬ ਅਸੀਂ ਦੇ ਹੀ ਰਹੇ ਹਾਂ ਨਾ। ਉਹ ਤਾਂ ਵਿਸ਼ਵਾਸ ਹੈ ਇੱਕ ਡਾਲਰ ਦੇ ਪ੍ਰਤੀ ਪੂਰੀ ਦੁਨੀਆ ਦੇ ਵਿੱਚ। ਸਾਡੇ ਰੁਪਏ ਪ੍ਰਤੀ ਕੋਈ ਵਿਸ਼ਵਾਸ ਕਿਉਂ ਨਹੀਂ ਹੈ? ਪਿੱਛੇ ਜੇ ਜਦੋਂ ਮੋਦੀ ਸਾਹਿਬ ਬਣੇ ਸੀਗੇ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਹੁਣ ਡਾਲਰਸ 'ਚ ਉਹ ਨਹੀਂ ਕਰਨਾ। ਜਿਹੜੇ ਦੂਜੇ ਕੰਟਰੀ ਹੈਗੇ ਨੇ, ਚਾਹੇ ਰਸ਼ੀਆ ਜਾਂ ਦੂਜੇ ਕੰਟਰੀਜ਼ 'ਚ ਹੈ, ਜਾਂ ਜਿਹੜੇ ਅਰਬ ਕੰਟਰੀ ਨੇ, ਅਸੀਂ ਉਹਨਾਂ ਨੂੰ ਆਪਣੀ ਕਰੰਸੀ 'ਚ ਦੇਵਾਂਗੇ ਤੇ ਉਹਨਾਂ ਦੀ ਕਰੰਸੀ ਤੋਂ, ਉਹਨਾਂ ਦੀ ਕਰੰਸੀ 'ਚ ਆਪ ਲੈ ਲਾਂਗੇ ਸਮਾਨ। ਪਰ ਉਹ ਚੱਲ ਨਹੀਂ ਸਕਿਆ, ਉਹ ਉਸੇ ਟਾਈਮ ਟੁੱਟ ਗਿਆ ਨਾ। ਉਹ ਮੰਨੇ ਕਿਉਂਕਿ ਸਾਡੇ ਉੱਤੇ ਵਿਸ਼ਵਾਸ ਹੀ ਕਿਸੇ ਨੂੰ ਨਹੀਂ ਹੈਗਾ। ਮੌਦਰਿਕ ਸਥਿਤੀ ਇੰਨੀ ਜ਼ਿਆਦਾ ਅਸੀਂ ਪਤਲੀ ਕਰਤੀ ਹੈ ਕਿ ਹੁਣ ਅੱਜ ਤੁਸੀਂ ਠੀਕ ਹੈ, ਆਮ ਲੋਕਾਂ ਕੋਲੇ ਤਾਂ ਇਹ ਨੋਟ ਨਹੀਂ ਹੈ, ਜਿਵੇਂ ਤੁਸੀਂ ਕਿਹਾ ਕਿ ਹੁਣ ਨਹੀਂ ਨਿਕਲਦਾ। 2019 ਤੋਂ ਬਾਅਦ ਇਹ ਵੈਸੇ ਹੀ ਉਹਦੀ ਛਪਾਈ ਘਟ ਗਈ ਹੈ ਤੇ ਹੁਣ 11% ਇਹ ਨੋਟ ਜਿਹੜਾ ਹੈਗਾ ਉਹ ਮਾਰਕੀਟ ਦੇ ਵਿੱਚ ਹੈ। ਬਾਕੀ ਤਾਂ 27% ਟੋਟਲ ਇਹ ਛਾਪਿਆ ਸੀਗਾ, ਬਾਕੀ ਤਾਂ ਉਹਨਾਂ ਨੇ ਸਾਰਾ 16% ਰਿਕਵਰ ਕਰ ਲਿਆ। ਹੁਣ ਰਹਿ ਗਿਆ 11%। 11% ਬਹੁਤ ਵੱਡੇ ਵੱਡੇ ਉਹਨਾਂ ਲੋਕਾਂ ਕੋਲੇ ਹੈ ਜਿਹੜੇ ਲੋਕ ਅੱਜ ਵੀ ਕੈਸ਼ ਦੇ ਵਿੱਚ ਹੀ ਕੰਮ ਕਰਦੇ ਆ। ਮੈਂ ਬਹੁਤ ਸਾਰੇ ਲੋਕਾਂ ਨੂੰ, ਮੋਹਾਲੀ ਦੇ ਇੰਡਸਟਰੀਲਿਸਟਾਂ ਨੂੰ ਜਾਣਦਾ, ਵਪਾਰੀਆਂ ਨੂੰ ਜਾਣਦਾ, ਜਿਹੜੇ GST ਤੁਸੀਂ ਚਾਹੇ ਪੂਰਾ ਵੀ ਪੇ ਕਰ ਦਿਓ ਤਾਂ ਵੀ ਤੁਹਾਡੇ ਤੋਂ ਉਹ ਕੈਸ਼ 'ਚ ਪੈਸੇ ਲੈਣਗੇ। ਉਹ ਇਹ ਨਹੀਂ ਕਹਿਣਗੇ ਕਿ ਤੁਸੀਂ ਆਨਲਾਈਨ ਪੇਮੈਂਟ ਕਰ ਦਿਓ ਜਾਂ ਉਹਨੂੰ ਤੁਸੀਂ ਇਹਦੇ ਵਿੱਚ ਚੈੱਕ ਦੇ ਦਿਓ ਜਾਂ ਡਰਾਫਟ ਦੇ ਦਿਓ, ਇਸ ਤਰ੍ਹਾਂ ਨਹੀਂ ਲੈਣਗੇ ਪੇਮੈਂਟ। ਉਹ ਅੱਜ ਵੀ ਤੁਹਾਨੂੰ ਕਹਿਣਗੇ ਕਿ ਜੇ 50,000 ਜਾਂ 60,000 ਲੱਖ ਜਿੰਨੀ ਵੀ ਪੇਮੈਂਟ ਹੈ ਉਹ ਸਾਨੂੰ ਕੈਸ਼ 'ਚ ਚਾਹੀਦੀ ਹੈ। ਇਹਦਾ ਮਤਲਬ ਇਹ ਹੈਗਾ ਕਿ ਕਿਤੇ ਨਾ ਕਿਤੇ ਅੱਜ ਵੀ ਜਿਹੜਾ ਇੱਕ ਨੰਬਰ ਦੇ ਵਿੱਚ ਜੇ ਸਾਡੇ ਬਿਜ਼ਨਸ ਹੋ ਰਹੇ ਨੇ, ਤੇ ਨਾਲ ਦੀ ਨਾਲ ਪੈਰਲਰ ਇਕਨੋਮੀ 2 ਨੰਬਰ ਦੀ ਵੀ ਓਨੀ ਹੀ ਜ਼ਿਆਦਾ ਖੜੀ ਹੈ। ਸੋ ਇਹਦੇ ਵਿੱਚੋਂ ਫਿਰ ਉਹਨਾਂ ਨੂੰ ਕਿੰਨਾ ਕੁ ਧੱਕਾ ਲੱਗੂਗਾ, ਅਸੀਂ ਹਜੇ ਉਸ ਧੱਕੇ ਤੋਂ ਬਾਹਰ ਆ ਨਹੀਂ ਪਾਏ। ਪਰ ਕਿਉਂਕਿ ਇਸ ਵਾਰੀ ਆਮ ਲੋਕ ਉਸ 'ਚ ਸ਼ਾਮਲ ਨਹੀਂ, ਸਿਰਫ ਔਰ ਸਿਰਫ ਜਿਹੜੇ ਸ਼ਾਮਲ ਹੋਣਗੇ ਉਹ ਵੱਡੇ ਵਪਾਰੀ ਹੋਣਗੇ। ਔਰ ਦੂਜੀ ਗੱਲ ਇਹ ਕਿ ਐਤਕੀ ਉਹਨਾਂ ਨੇ ਲੰਬਾ ਟਾਈਮ ਦਿੱਤਾ ਬਦਲਵਾਉਣ ਦਾ। ਇਹ ਵੀ ਕਹਤਾ ਕਿ ਕੋਈ ਚੱਕਰ ਨਹੀਂ, ਇਹ ਹਜੇ ਲੀਗਲ ਹੈਗਾ ਹੀ ਹੈ, ਕਾਨੂੰਨੀ ਵੈਧਤਾ ਇਹਦੀ ਹੈਗੀ ਹੈ। ਸੋ ਮੈਨੂੰ ਲੱਗਦਾ ਕਿ ਗਵਰਨਮੈਂਟ ਦਾ ਇਸ ਤਰ੍ਹਾਂ ਵਿਸ਼ਵਾਸ ਬਾਰ-ਬਾਰ ਤੋੜਨਾ ਕਿਸੇ ਰੁਪਏ ਪ੍ਰਤੀ ਇਹ ਠੀਕ ਨਹੀਂ ਹੈ। ਇੱਕ RBI ਦੇ ਵਿੱਚ ਨਾ ਇੱਕ ਪੈਸੇ ਜਮ੍ਹਾਂ ਹੁੰਦੇ ਆ, ਹੁਣ ਮੈਂ ਐਗਜ਼ੈਕਟ ਨਾਮ ਉਹਦਾ ਨਹੀਂ ਚੇਤੇ ਹੈਗਾ, ਉਹ 1,76,000 ਕਰੋੜ ਰੁਪਇਆ ਪਿੱਛੇ ਜੇ ਕੱਢ ਲਿਆ ਸੀ। ਉਹ ਸਿਰਫ ਇਸ ਕਰਕੇ ਰਿਜ਼ਰਵ ਰੱਖਿਆ ਜਾਂਦਾ ਹੈ ਕਿ ਉਹ ਕੋਈ ਵੀ ਬੈਂਕ ਜਿਹੜਾ ਸਾਡਾ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ, ਉਹ ਅਗਰ ਡਿਫਾਲਟ ਕਰ ਗਿਆ, ਦਿਵਾਲੀਆ ਹੋ ਗਿਆ, ਤਾਂ ਲੋਕਾਂ ਦੇ ਪੈਸੇ ਜਿਹੜੇ ਹੈਗੇ ਨੇ ਅਸੀਂ ਉੱਥੋਂ ਦੇ ਸਕਦੇ ਹਾਂ। ਹੁਣ ਅੱਜ ਦੀ ਡੇਟ 'ਚ ਉਹ ਵੀ ਪਿੱਛੇ ਜੇ ਤੁਹਾਨੂੰ ਯਾਦ ਹੋਊਗਾ ਉਹ ਕੱਢ ਲਏ ਸੀ ਸਾਰੇ ਪੈਸੇ। ਤਾਂ ਡਾਕਟਰ ਮਨਮੋਹਨ ਸਿੰਘ ਦਾ ਇੱਕ ਬਿਆਨ ਆਇਆ ਸੀਗਾ ਕਿ ਹੁਣ ਤੁਹਾਡੇ ਤੇ ਕੌਣ ਵਿਸ਼ਵਾਸ ਕਰੇਗਾ। ਸੋ ਇਹ ਵਿਸ਼ਵਾਸ ਦੀ ਹੀ ਗੱਲ ਹੈ। ਮੈਨੂੰ ਲੱਗਦਾ ਕਿ ਉਹ ਜਿਹੜਾ ਵਿਸ਼ਵਾਸ ਬਾਰ-ਬਾਰ ਟੁੱਟ ਰਿਹਾ ਹੈ, ਉਹਦੇ ਨਾਲ ਸਾਡੀ ਜਿਹੜੀ ਆਰਥਿਕਤਾ ਹੈ ਉਹ ਕਮਜ਼ੋਰ ਹੋਏਗੀ।
ਦੇਖੋ ਵਿਸ਼ਵਾਸ ਤਾਂ ਟੁੱਟ ਹੀ ਰਿਹਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਇਹ ਫੈਸਲੇ ਨਹੀਂ ਲੈਣੇ ਚਾਹੀਦੇ ਇਵੇਂ, ਜਾਂ ਫੈਸਲੇ ਲੈਣ ਤੋਂ ਪਹਿਲਾਂ ਤੁਹਾਨੂੰ ਸੋਚਣਾ ਚਾਹੀਦਾ। ਜਦੋਂ ਤੁਸੀਂ ਇਹਨੂੰ ਇੰਟਰੋਡਿਊਸ ਕੀਤਾ ਸੀ, ਕੀ ਤੁਹਾਡੇ ਕੋਲ ਕਰੰਸੀ ਦੀ ਇੰਨੀ ਸ਼ਾਰਟੇਜ ਸੀ, ਤੁਸੀਂ ਐਡਾ ਵੱਡਾ ਨੋਟ ਲਿਆ ਕੇ ਉਹਦੀ ਭਰਪਾਈ ਕਰਨਾ ਚਾਹੁੰਦੇ ਸੀ ਤੇ ਹੁਣ ਉਹਨੂੰ ਤੁਸੀਂ ਵਾਪਸ ਲੈ ਲਿਆ? ਜਦੋਂ ਇਹਨੂੰ ਤੁਸੀਂ ਇੰਟਰੋਡਿਊਸ ਕੀਤਾ ਸੀ, ਕਿ ਉਦੋਂ ਹੀ ਇਹ ਫੈਸਲਾ ਸਿਧਾਂਤਕ ਹੋ ਗਿਆ ਸੀ ਰਿਜ਼ਰਵ ਬੈਂਕ ਨਾਲ ਬੈਠ ਕੇ ਕਿ ਇਹਨੂੰ ਇੰਨੀ ਕੁ ਦੇਰ ਬਾਅਦ ਅਸੀਂ ਵਾਪਸ ਵੀ ਲੈ ਲਾਂਗੇ? ਦੂਜੀ ਗੱਲ, ਇੰਦਰਪ੍ਰੀਤ ਜੀ ਨੇ ਇੱਕ ਕਲਿਊ ਦਿੱਤਾ, ਇੱਕ ਨਾ ਪਰਚੀ ਜੀ ਛੱਡਤੀ ਆ ਵੀ ਮੈਂ ਮੁਹਾਲੀ ਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਕਾਰੋਬਾਰੀਆਂ ਨੂੰ ਜਾਣਦਾ ਜਿਹੜੇ ਕੈਸ਼ ਵਿੱਚ ਕੰਮ ਕਰਦੇ ਆ। ਇਨਕਮ ਟੈਕਸ ਵਾਲੇ ਪੁੱਛਣਗੇ ਜ਼ਰੂਰ, ਇੰਦਰਪ੍ਰੀਤ ਜੀ ਸਾਡੇ ਨਾਲ ਲਿਸਟ ਸਾਂਝੀ ਕਰ ਦਿਓ। ਜਿੱਦਾਂ ਘੜੀ ਮੁੜੀ ਕੈਪਟਨ ਅਮਰਿੰਦਰ ਸਿੰਘ ਵੱਲ ਧਿਆਨ ਜਾਂਦਾ ਨਾ ਵੀ ਉਹ 40 ਮੰਤਰੀਆਂ ਦੀ 40 ਐਮਐਲਏਸ ਦੀ ਲਿਸਟ ਤਾਂ ਦਿਓ ਜਿਹੜੇ ਪੰਗੇ ਲੈਂਦੇ ਰਹੇ ਆ। ਉਹ ਕਹਿੰਦੇ ਬਣਾ ਕੇ ਰੱਖੀ, ਮੈਂ ਨਹੀਂ ਦਿਖਾਉਣੀ। ਮੈਨੂੰ ਲੱਗਦਾ ਇੰਦਰਪ੍ਰੀਤ ਵੀ ਨਹੀਂ ਬਿਲਕੁਲ ਦਿਖਾਉਣਾ ਚਾਹਣਗੇ, ਰੱਖਣਗੇ ਗੋਡੇ ਥੱਲੇ ਰੱਖ ਕੇ ਨਾ, ਪੱਟ ਥੱਲੇ ਦੇ ਕੇ ਬੈਠੇ ਰਹਿਣਗੇ। ਭਾਸਕਰ ਸਾਹਿਬ, ਆਖਰੀ ਟਿੱਪਣੀ ਕੋਈ? ਜਿਸ ਤਰੀਕੇ ਨਾਲ ਡੀਮੋਨੇਟਾਈਜੇਸ਼ਨ 6.5 ਸਾਲ ਦੇ ਵਿੱਚ 2 ਵਾਰ ਹੋਇਆ। ਪਹਿਲਾ ਵਾਰ 8 ਵਜੇ ਹੋਇਆ ਸੀ ਰਾਤੀ, ਉਹ ਜਦ ਮੋਦੀ ਸਾਹਿਬ 8 ਵਜੇ ਆਏ ਸੀਗੇ ਔਰ ਕਹਿੰਦੇ ਸੀਗੇ ਵੀ आज रात को 12 बजे के बाद 500 ਜਿਹੜਾ 500 ਰੁਪਏ ਦਾ ਤੇ 1000 ਰੁਪਏ ਦਾ ਨੋਟ ਕਾਗਜ਼ ਕੇ ਟੁਕੜੇ ਬਣकर ਰਹਿ ਜਾਏंगे। ਐਤਕੀ ਥੋੜਾ ਜਿਹਾ ਝਟਕਾ ਘੱਟ ਲੱਗਿਆ। ਪਤਾ ਤੇ ਸੀਗਾ 2000 ਦਾ ਨੋਟ ਬੰਦ ਹੋਏਗਾ, ਕਿਉਂਕਿ ਦੇਖਣ ਨੂੰ ਹੀ ਨਹੀਂ ਮਿਲਦਾ ਸੀਗਾ। ਪਿਛਲੇ ਦਿਨਾਂ ਦੇ ਵਿੱਚ 2 ਕੁ ਨੋਟ ਮੈਨੂੰ ਦੇਖਣ ਨੂੰ ਮਿਲੇ। ਉਹ ਬਾਈ ਚਾਂਸ ਕੱਲ ਜਦ ਇਹ ਡੀਮੋਨੇਟਾਈਜੇਸ਼ਨ ਅਨਾਉਂਸ ਹੋਇਆ 2000 ਦੇ ਨੋਟਾਂ ਦਾ, ਤੇ ਮੈਨੂੰ ਵੀ ਫਿਕਰ ਪੈ ਗਿਆ 2 ਨੋਟ 2-2000 ਦੇ ਹੈਗੇ ਨੇ। ਮੈਂ ਫਟ ਡੀਜ਼ਲ ਪਵਾ ਲਿਆ ਗੱਡੀ ਦੇ ਵਿੱਚ ਕਿ ਚੱਲ ਗਏ, ਮਤਲਬ ਟੈਨਸ਼ਨ ਘੱਟ ਹੋਈ। ਐਦਾਂ ਦੀ ਟੈਨਸ਼ਨ ਉਹਨਾਂ ਲੋਕਾਂ ਕੋਲ ਜਿਨ੍ਹਾਂ ਦੇ ਕੋਲ 1-1 2-2 3-3 4-4 ਨੋਟ ਹੈਗੇ, ਉਹਨਾਂ ਨੂੰ ਤੇ ਹੈਗੀ ਹੈ। ਪਰ ਕੀ ਇਹ ਟੈਨਸ਼ਨ ਉਹਨਾਂ ਨੂੰ ਵੀ ਹੈਗੀ ਹੈ ਜਿਨ੍ਹਾਂ ਕੋਲ ਟੈਚੀ ਭਰ ਕੇ ਨੋਟ ਪਏ ਨੇ 2-2000 ਦੇ? ਸ਼ਾਇਦ ਉਹਨਾਂ ਨੂੰ ਕਿੰਨੀ ਕੁ ਟੈਨਸ਼ਨ ਹੈ ਪਤਾ ਨਹੀਂ। ਪਰ ਹਾਂ, ਇੱਕ ਗੱਲ ਜ਼ਰੂਰ ਤੈਅ ਵੇ ਕਿ ਐਤਕੀ ਡੀਮੋਨੇਟਾਈਜੇਸ਼ਨ ਕਰਦੇ ਟਾਈਮ ਸਰਕਾਰ ਨੇ ਟੀਚਾ ਨਹੀਂ ਦੱਸਿਆ। ਜਦ 8 ਨਵੰਬਰ 2016 ਨੂੰ ਡੀਮੋਨੇਟਾਈਜੇਸ਼ਨ ਕੀਤਾ ਸੀਗਾ ਤੇ ਪ੍ਰਧਾਨ ਮੰਤਰੀ ਨੇ ਆਪ ਟੀਵੀ ਤੇ ਆ ਕੇ ਕਿਹਾ ਸੀਗਾ कि 50 दिन मुझे दे दो, 50 दिन के बाद काला धन बिल्कुल खत्म हो जाएगा, सारी गल्लां कीती सी। पर जब बाद चों आंकड़े आए कि जिन्ने को नोट इशू किते उस तो कई गुना नोट ज्यादा वापस भी आ गए सी ते ब्लैक मनी का जिक्र बाद चों किता नहीं। ऐतकी टीचा ही नहीं दसिया कि भी आपां क्यों 2000 का नोट बंद कर रहे हैं। इस गल की कंसोल ते लगी है कि 2000 का नोट बंद करने का फैसला तद ही ले लिया गया सी जद यह इशू किते सी। हुण 500 रुपए की करंसी तो वध कोई साडे कोल नोट नहीं रहेगा। भी एक पता है कि 1000 रुपए का नोट बड़ी छेती आएगा, वरना इन्ना गैप भी 500 ਦੇ ਨੋਟਾਂ ਦੇ ਨਾਲ ਕਰੋੜਾਂ ਰੁਪਏ ਦੀ ਪੇਮੈਂਟ ਇੱਧਰ ਉੱਧਰ ਕਰਨੀ ਹੋਏ, ਔਰ ਖਾਸ ਕਰਕੇ ਇਲੈਕਸ਼ਨਾਂ ਦੇ ਵਿੱਚ 30 ਕਰੋੜ ਉੱਥੇ ਜਾਂਦਾ ਹੈ, 100 ਕਰੋੜ ਉੱਥੇ ਜਾਂਦਾ ਹੈ, ਉਹ ਜਾਏਗਾ ਕਿੱਥਾ? ਇਹ ਵੀ ਇੱਕ ਟੈਨਸ਼ਨ ਤੇ ਹੈਗੀ ਹੈ। ਪਰ ਨਾਲ ਦੇ ਨਾਲ ਇੱਕ ਜਾਪਾਨ ਦਾ ਕਨੈਕਸ਼ਨ ਵੀ ਪਿਛਲੀ ਵਾਰ ਵਾਲੀ ਨੋਟਬੰਦੀ ਤੇ ਐਤਕੀ ਨੋਟਬੰਦੀ ਜਿਹੜੀ ਕੱਲ 2000 ਵਾਲੀ ਕੀਤੀ ਹੈ, ਇਹ ਵੀ ਸਾਹਮਣੇ ਨਿਕਲ ਕੇ ਆਇਆ। ਪਿਛਲੀ ਵਾਰ ਵੀ 8 ਨਵੰਬਰ ਤੋਂ ਬਾਅਦ ਨੋਟਬੰਦੀ ਦਾ ਐਲਾਨ ਕਰਕੇ ਪ੍ਰਧਾਨ ਮੰਤਰੀ ਜਾਪਾਨ ਗਏ ਸੀ ਤੇ ਐਤਕੀ ਵੀ 2000 ਰੁਪਏ ਦਾ ਨੋਟ ਬੰਦ ਕਰਕੇ ਫਿਰ ਜਾਪਾਨ ਗਏ ਨੇ। ਕਿ ਹੈ ਕੋਈ ਕਨੈਕਸ਼ਨ ਜਾਪਾਨ ਦਾ? ਸਮਾਂ ਲੱਗੂਗਾ ਇਸ ਨੂੰ ਲੱਭਣ ਵਾਸਤੇ, ਪਰ ਇਹ ਗੱਲਾਂ ਹੁਣ ਤੁਰਨੀ ਸ਼ੁਰੂ ਹੋ ਗਈ ਹੈ। ਪਰ ਡਰ ਲੋਕਾਂ ਦੇ ਵਿੱਚ ਘੱਟ ਹੈਗਾ। ਪਰ ਹਾਂ, ਉਹਨਾਂ ਲੋਕਾਂ ਦੇ ਵਿੱਚ ਕਿੰਨਾ ਕੁ ਡਰ ਹੈ ਇਹਦਾ ਪਤਾ ਲਗਾਉਣ ਦੀ ਕੋਸ਼ਿਸ਼ ਅਸੀਂ ਵੀ ਕਰਾਂਗੇ ਜਿਨ੍ਹਾਂ ਕੋਲ ਬਹੁਤ ਸਾਰਾ ਇਦਾਂ ਦਾ 2000 ਦਾ ਮਾਲ ਪਿਆ ਹੋਇਆ ਹੈ। ਜਾਣਦੇ ਹੋ ਕਾਗਜ਼ ਤਾਂ ਨਹੀਂ ਉੱਥੋਂ ਆ ਰਿਹਾ? ਮੈਨੂੰ ਤਾਂ ਇਹ ਲੱਗਦਾ ਵੀ ਜਾਪਾਨ ਤੋਂ ਹੀ ਕਾਗਜ਼ ਤਾਂ ਨਹੀਂ ਆਣਾ ਨੋਟਾਂ ਵਾਲਾ, ਇਹ ਚੈੱਕ ਕਰਵਾ ਲਓ। ਚਲੋ ਖੈਰ, ਭਾਸਕਰ ਸਾਹਿਬ ਚੈੱਕ ਕਰਨ ਲੱਗਿਆ ਧਿਆਨ ਰੱਖਿਓ, ਲੋਕ ਨਾ ਬੜੇ ਗੁੱਸੇ 'ਚ ਹੁੰਦੇ ਆ ਅੱਜ ਕੱਲ ਜੇ ਤੁਸੀਂ ਉਹਨਾਂ ਦੇ ਅੰਦਰ ਝਾਤੀ ਮਾਰੋ। ਬਾਕੀ ਤੁਸੀਂ ਸਿਆਣੇ ਹੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਧੰਨਵਾਦ।